देखो नरेंद्र मोदी मैनू नहीं लगता जी कि ਉਹਦਾ कोई अपना कुछ खास कोई दिमाग है ਉਹਨੂੰ ਮੂਹਰੇ ਇਸੇ ਕਰਕੇ ਲਿਆਂਦਾ ਗਿਆ ਕਿ ਇੱਕ ਅਨਪੜ੍ਹ ਬੰਦਾ ਹੈ ਉਹ ਮਤਲਬ ਕਿ ਮੈਨੂੰ ਲੱਗਦਾ ਹੈਗਾ ਕਿ ਕਿਸੇ ਮੀਟਿੰਗ ਦੇ ਵਿੱਚ ਜਦੋਂ ਬੈਠਦੇ ਹੋਣਗੇ ਨਾ ਤਾਂ ਉਹ ਕਾਊਂਟਰ ਜ਼ਰੂਰ ਕਰਦੇ ਹੋਣਗੇ ਇਹ ਤਾਂ ਜੈਸ ਸਰ ਕਹਿਣ ਵਾਲਾ ਬੰਦਾ ਇਕੱਲਾ ਕਿ ਜਿਹੜੇ ਰਿਲਾਇੰਸ ਦੇ ਪੰਪਾਂ ਦਾ ਬਾਈਕਾਟ ਕੀਤਾ ਜਾ ਰਿਹਾ ਜਾਂ ਰਿਲਾਇੰਸ ਦੇ ਸਿਮਾਂ ਦਾ ਜੀਓ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤਾਂ ਇਹ ਚੀਜ਼ਾਂ ਦਾ ਕਿੰਨਾ ਕੁ ਅਸਰ ਲੱਗਦਾ ਹੈ ਇਹਨਾਂ ਚੀਜ਼ਾਂ ਨਾਲ ਅੰਬਾਨੀਆਂ ਅਡਾਨੀਆਂ ਨੂੰ ਕੋਈ ਫਰਕ ਪੈਂਦਾ ਹੋਣਾ ਉਹਨਾਂ ਨੂੰ ਆ ਪੰਪ ਬੰਦ ਕਰ ਲਏ ਉਹ ਤਾਂ ਕਹਿੰਦੇ ਨੇ ਚਲੋ ਖੇਡ ਲੱਗੇ ਹੋਇਆ ਵਧੀਆ ਹੋ ਗਿਆ ਇੰਨੇ ਨਾਲ ਹੀ ਸਰੀ ਜਾਂਦਾ ਤਾਂ ਮੈਂ ਨੌਜਵਾਨਾਂ ਨੂੰ ਵੀ ਤੇ ਸਾਰਿਆਂ ਨੂੰ ਵੀ ਆਪਦੇ ਵੱਲੋਂ ਇੱਕ ਬੇਨਤੀ ਕਰੂੰਗਾ ਕਿ ਇਹ ਚੀਜ਼ ਆਪਾਂ ਕੋਈ ਬਾਹਲੀ ਵੱਡੀ ਮੱਲ ਨਹੀਂ ਮਾਰੀਗੀ ਹਨਾ ਉਦੋਂ ਉਹਨਾਂ ਨੇ ਗੱਲ ਕੀਤੀ ਸੀ ਕਿ ਤੁਸੀਂ ਕਣਕ ਹੈ ਨਾ ਜਿਹੜੀ ਬੀਜਣੀ ਘਰ ਜੋਗੀ ਬੀਜਣੀ ਸ਼ੁਰੂ ਕਰ ਦਿਓ ਤੇ ਜਿਹੜੇ ਇਹ ਲੋਕ ਲੀਡਰ ਲੋਕ ਨੇ ਇਹ ਮੋਦੀ ਨੇ ਤਾਂ ਸਾਡੇ ਕੋਲੇ ਨਾ ਮਤਲਬ ਕਿ ਵੀ ਅਸੀਂ ਇਹਨਾਂ ਕੋਲੇ ਜਾਂਦੇ ਸਾਡੇ ਕੋਲੇ ਕਣਕ ਮੰਗਣ ਲਈ ਆਉਣਾ ਸੀ ਕਿੱਥੇ ਇਹਨਾਂ ਨੇ ਪਰ ਖਾਲਿਸਤਾਨ ਦਾ ਜਿਹੜਾ ਕਨਸੈਪਟ ਬਈ ਅੱਜ ਕੱਲ੍ਹ ਪ੍ਰਚਾਰ ਕੀਤਾ ਜਾਂਦਾ ਉਹਦੇ ਵਿੱਚ ਇਹੀ ਲੱਗਦਾ ਵੀ ਇੱਥੇ ਬਾਣੀਏ ਨੇ ਜਾਂ ਜਿਹੜੇ ਮਹਾਜਨ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ ਜਾਂ ਜਿਹੜੇ ਪੰਜਾਬੀ ਹਿੰਦੂ ਨੇ ਉਹਨਾਂ ਨੂੰ ਇੱਥੇ ਰਹਿਣ ਦੀ ਕੋਈ ਜਗ੍ਹਾ ਨਹੀਂ ਹੋਣੀਗੀ ਹਰ ਇੱਕ ਨੂੰ ਕੇਸ ਰੱਖਣੇ ਪੈਣੇ ਆ ਕਿਉਂਕਿ ਹੁਣ ਜਦੋਂ ਆਪਦੀ ਪੱਗ ਨਾ ਰਹੀ ਆਪਦੀ ਜ਼ਮੀਨ ਨਾ ਰਹੀ ਆਪਦੀ ਮਾਂ ਨਾ ਰਹੀ ਤਾਂ ਬਾਹਰਲੀਆਂ ਬਗਾਨੀਆਂ ਧਰਤੀਆਂ ਤੇ ਅਸੀਂ ਕੀ ਬਣਾ ਲਾਂਗੇ ਜਾ ਕੇ ਪਰ ਜਿਹੜੇ ਫਿਨਲੈਂਡ ਆਸਟ੍ਰੇਲੀਆ ਵਰਗੇ ਦੇਸ਼ ਨੇ ਜੇ ਉਹਨਾਂ ਦਾ ਅਸੀਂ ਕੁਝ ਕਾਪੀ ਕਰਨਾ ਤਾਂ ਫਿਰ ਉੱਥੋਂ ਦੇ ਲੀਡਰ ਕਰਪਸ਼ਨ ਵੀ ਨਹੀਂ ਕਰਦੇ ਉਹ ਭ੍ਰਿਸ਼ਟਾਚਾਰ ਵੀ ਨਹੀਂ ਕਰਦੇ ਉੱਥੋਂ ਦੇ ਲੀਡਰਾਂ ਦੀਆਂ ਆਪਦੀਆਂ ਜਿਹੜੀਆਂ ਸੋਚ ਹੈ ਉਹ ਨੌਜਵਾਨਾਂ ਨੂੰ ਚਿੱਟੇ ਤੇ ਵੀ ਨਹੀਂ ਲਾਉਂਦੇ ਉਹ ਨੌਜਵਾਨਾਂ ਨੂੰ ਮਾਰਦੇ ਵੀ ਨਹੀਂਗੇ ਉਹ ਜਵਾਨੀ ਨੂੰ ਖੋਹਦੇ ਵੀ ਨਹੀਂਗੇ ਬਹੁਤ ਕੁਛ ਹੈ ਫਿਰ ਉਹ ਚੀਜ਼ਾਂ ਤੋਂ ਕਾਪੀ ਕਰਦੇ ਨਹੀਂ ਅਸੀਂ ਤਾਂ ਕਹਿੰਦੇ ਸੀਗੇ ਵੀ ਜਿਹੜਾ ਤੁਸੀਂ ਰੇਟ ਆਲਰੇਡੀ ਦੇ ਰਹੇ ਹੋ ਉਹ ਵੀ ਘੱਟ ਹੈ ਤੇ ਇਹਨਾਂ ਨੇ ਉਦੋਂ ਵੀ ਜ਼ਿਆਦਾ ਮਾਂਜਤਾ ਮੈਂ ਸਭ ਤੋਂ ਜ਼ਿਆਦਾ ਪ੍ਰੋਟੈਸਟ ਕੀਤਾ 2 ਸਾਲ ਦੇ ਪੀਰੀਅਡ ਦੇ ਵਿੱਚ ਔਰ 3 ਵਾਰ ਮੈਂ ਹੰਗਰ ਸਟ੍ਰਾਈਕ ਕੀਤੀ ਸੀਗੀ ਤੇ ਇਹ ਲੋਕ ਪਹਿਲੇ 1 ਸਾਲ ਦੇ ਵਿੱਚ ਚੰਗੀ ਖਰੀਦ ਕਰ ਲੈਣ ਫਸਲ ਦੀ ਹੋ ਸਕਦਾ ਇਹ ਗੱਲ ਤੋਂ ਸਾਨੂੰ ਲੱਗੇ ਵੀ ਚਲੋ ਫਸਲਾਂ ਲੋਕਾਂ ਨੂੰ ਲੱਗੇ ਵੀ ਚੱਲ ਸਾਨੂੰ ਪੈਸੇ ਮਿਲਣ ਲੱਗ ਗਏ ਸਾਨੂੰ ਕੀ ਹੈ ਉਹ ਸੰਘਰਸ਼ ਠੰਡਾ ਪੈ ਜਾਏ ਤੇ ਹੋ ਸਕਦਾ 2-3 ਸਾਲਾਂ ਬਾਅਦ ਕੰਪਨੀਆਂ ਆਪਣੇ ਅਸਲੀ ਰੰਗ ਦਿਖਾਉਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪਾਲ ਸਿੰਘ ਬਰਾੜ ਜ਼ਿੰਦਾਬਾਦ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੇਰੇ ਨਾਲ ਇੱਕ ਨੌਜਵਾਨ ਬੈਠਾ ਹੈ ਸੁਖਜੀਤ ਸਿੰਘ ਬਰਾੜ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੁਖਜੀਤ ਸਿੰਘ ਬਰਾੜ ਦੀ ਲਾਈਫ ਬਾਰੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੂਸੂ ਪਾਰਟੀ ਦਾ ਕਿਸੇ ਸਮੇਂ ਡਾਂਕਾ ਵੱਜਦਾ ਹੁੰਦਾ ਸੀ ਤਾਂ ਪੂਸੂ ਪਾਰਟੀ ਨੂੰ ਸਿਖਰਾਂ ਤੇ ਪਹੁੰਚਾਉਣ ਵਾਲੇ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਸੁਖਜੀਤ ਬਰਾੜ ਵੀ ਸੀ ਪੂਸੂ ਪਾਰਟੀ ਦੇ 3 ਸਾਲ ਪ੍ਰਧਾਨ ਰਹੇ ਨੇ ਤੇ ਕਿਸਾਨਾਂ ਦੀ ਗੱਲ ਕਰਦੇ ਵਿੱਚੋਂ ਮੈਂ ਰੁਕਿਆ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ਸੰਘਰਸ਼ ਦੇ ਵਿੱਚ ਇਹ ਮੈਦਾਨ ਦੇ ਵਿੱਚ ਨਿੱਤਰ ਆਏ ਨੇ ਖਾਸ ਗੱਲ ਇਹ ਹੈ ਕਿ ਪੂਸੂ ਪਾਰਟੀ ਦੀ ਪ੍ਰਧਾਨਗੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਦੌਰ ਤੋਂ ਬਾਅਦ ਇਹ ਆਪਣੇ ਆਸਟ੍ਰੇਲੀਆ ਦੇ ਵਿੱਚ ਵਿਆਹ ਕਰਾਉਣ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਆਪਣੀ ਲਾਈਫ ਵਧੀਆ ਬਤੀਤ ਕਰ ਰਹੇ ਸੀ ਪਰ ਜਦੋਂ ਇਹ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਨੇ ਦੇਖਿਆ ਜਦੋਂ ਇਹ ਪੰਜਾਬ ਆਏ ਹੋਏ ਸੀ ਇਹਨਾਂ ਨੇ ਦੇਖਿਆ ਵੀ ਕਿਸਾਨਾਂ ਦੇ ਨੂੰ ਮਾਰਨ ਦੇ ਲਈ ਸਰਕਾਰਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਕੰਮ ਕਰ ਰਹੀਆਂ ਨੇ ਤਾਂ ਇਸ ਨੌਜਵਾਨ ਨੇ ਫੈਸਲਾ ਕੀਤਾ ਕਿ ਜਿਹੜੇ ਕਿਸਾਨ ਹੀ ਮਰ ਗਏ ਤਾਂ ਮੈਂ ਵੀ ਬਾਹਰ ਜਾ ਕੇ ਕੀ ਕਰੂੰਗਾ ਆਮ ਤੌਰ ਤੇ ਹਰ ਕੋਈ ਆਪਣੇ ਨਿੱਜੀ ਫੈਸਲਿਆਂ ਬਾਰੇ ਸੋਚਦਾ ਸਾਡੇ ਲੋਕ ਲੱਖਾਂ ਰੁਪਈਆ 40 ਲੱਖ ਦੀ 50 ਲੱਖ ਰੁਪਏ ਚੱਕੀ ਫਿਰਦੇ ਨੇ ਬਾਹਰ ਜਾਣ ਵਾਸਤੇ ਪਰ ਨੌਜਵਾਨ ਨੇ ਇਸ ਸੁਖਜੀਤ ਸਿੰਘ ਬਰਾੜ ਨੇ ਸ਼ਾਇਦ ਉਹ ਲੀਡਰਸ਼ਿਪ ਉਹ ਚੀਜ਼ ਸਿੱਖੀ ਸੀ ਯੂਨੀਵਰਸਿਟੀ ਦੇ ਵਿੱਚੋਂ ਉਹ ਜਜ਼ਬਾ ਸਿੱਖਿਆ ਸੀ ਤੇ ਉਹ ਜਜ਼ਬੇ ਨੂੰ ਉਸ ਜ਼ਮੀਰ ਨੂੰ ਮਰਨ ਨਹੀਂ ਦਿੱਤਾ ਤੇ ਕਿਸਾਨਾਂ ਦੇ ਵਾਸਤੇ ਇੱਥੇ ਰਹਿਣ ਦਾ ਫੈਸਲਾ ਕੀਤਾ ਹੁਣ ਹਰ ਜਗ੍ਹਾ ਤੇ ਜਾ ਕੇ ਜਿੱਥੇ ਇੱਕ ਬੰਦਾ ਜਾ ਸਕਦਾ ਜਿੱਥੋਂ ਤੱਕ ਪਹੁੰਚ ਕਰ ਸਕਦਾ ਉਸ ਹਰ ਜਗ੍ਹਾ ਤੇ ਜਾ ਕੇ ਨੌਜਵਾਨਾਂ ਦੇ ਲਈ ਕਿਸਾਨਾਂ ਦੇ ਲਈ ਡਟ ਕੇ ਬੋਲਦਾ ਖੜਦਾ ਸਾਡੇ ਨਾਲ ਹਾਜ਼ਰ ਹੈ ਬੜਾ ਦਿਲ ਕੀਤਾ ਵੀ ਤੁਹਾਡੇ ਸਾਹਮਣੇ ਵੀ ਇਹਨਾਂ ਨੂੰ ਰੂਬਰੂ ਕਰਾਈਏ ਕਿਉਂਕਿ ਨੌਜਵਾਨਾਂ ਦੇ ਆਪਦੇ ਆਈਡੀਆਜ਼ ਹੁੰਦੇ ਨੇ ਖੈਰ ਜਿਹੜਾ ਸੰਘਰਸ਼ ਹੈ ਹੌਲੀ ਹੌਲੀ ਪਹਿਲਾਂ ਨਾਲੋਂ ਮੱਠਾ ਪੈਂਦਾ ਵੀ ਜਾ ਰਿਹਾ ਕਿਸੇ ਪਾਸੇ ਤੇਜ਼ ਵੀ ਹੋ ਰਿਹਾ ਪਰ ਨਿੱਕੀਆਂ ਗੱਲਾਂ ਨੇ ਤੋੜਿਆ ਹੋਇਆ ਤਾਂ ਉਸ ਨੌਜਵਾਨ ਦੀ ਕੋਈ ਆਪਣੇ ਆਈਡੀਆਜ਼ ਹੋਣਗੇ ਕਿਉਂ ਇਹਨਾਂ ਨੇ ਇਹ ਫੈਸਲਾ ਲਿਆ ਕੀ ਲੱਗਦਾ ਵੀ ਇਹ ਸੰਘਰਸ਼ ਨੂੰ ਜਿੱਤ ਪਾਉਣਗੇ ਕਿ ਨਹੀਂ ਅਲੱਗ-ਅਲੱਗ ਧਰਨਿਆਂ ਤੇ ਜਾਂਦੇ ਰਹਿੰਦੇ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸੁਖਜੀਤ ਬਰਾੜ ਸਜਦਾ ਸਲਾਮ ਤੁਹਾਨੂੰ ਤੇ ਬਹੁਤ ਸ਼ੁਕਰੀਆ ਵੀ ਤੁਸੀਂ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਕਰ ਰਹੇ ਹੋ ਤੇ ਬਹੁਤ ਸ਼ੁਕਰੀਆ ਸਾਨੂੰ ਸਮਾਂ ਦਿੱਤਾ ਧੰਨਵਾਦ ਜੀ ਸੁਖਜੀਤ ਕਦੋਂ ਪਹਿਲਾਂ ਛੋਟੀ ਜਿਹੀ ਇੱਕ ਗੱਲ ਕਰ ਲੈਂਦੇ ਹਾਂ ਹਾਂਜੀ ਬਾਈ ਤੁਸੀਂ ਆਸਟ੍ਰੇਲੀਆ ਕਦੋਂ ਗਏ ਸੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗਿਆ ਨੂੰ ਤੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਮੈਂ 2014 ਦੇ ਵਿੱਚ ਗਿਆ ਸੀ ਤਾਂ ਜਦੋਂ ਦਾ ਮੈਂ ਗਿਆ ਸੀ ਤਾਂ ਆਇਆ ਹੀ ਨਹੀਂ ਸੀ ਵਾਪਸ ਤਾਂ ਮੈਂ 6 ਸਾਲ ਬਾਅਦ ਮਤਲਬ ਕਿ 2020 ਦੇ ਵਿੱਚ ਹੀ ਆਇਆਗਾ ਤੇ ਜਨਵਰੀ ਫਰਵਰੀ ਦੇ ਵਿੱਚ ਮੈਂ ਆਇਆ ਸੀ ਤਾਂ ਜਦੋਂ ਮੈਂ ਆਇਆ ਸੀ ਨਾ ਬ੍ਰਦਰ ਇੱਕ ਪਤੇ ਦੀ ਗੱਲ ਮੈਨੂੰ ਉਦੋਂ ਹੀ ਫੀਲ ਹੋਈ ਸੀ ਮਤਲਬ ਕਿ ਜਿਹੜੇ ਦੋਸਤ ਮੇਰੇ ਕਾਫੀ ਗੱਲਾਂ ਕਰਦੇ ਰਹਿੰਦੇ ਸੀ ਨਾ ਕਿ ਬੜਾ ਵਧੀਆ ਹੋ ਗਿਆ ਜੀ ਚੰਡੀਗੜ੍ਹ 2 ਘੰਟੇ ਲੱਗਦੇ ਆਉਣ ਜਾਣ ਤੇ ਹੈ ਨਾ ਤਾਂ ਬੜੀ ਚੀਜ਼ ਜਦੋਂ ਇੱਥੇ ਆ ਕੇ ਦੇਖੀ ਮੈਨੂੰ ਬੜੀ ਚੀਜ਼ ਹੈ ਉਦੋਂ ਹੀ ਮੈਂ ਸਹਿਮ ਗਿਆ ਸੀ
ਜੋ ਇੱਥੇ ਸੜਕਾਂ ਦਾ ਇਹ ਜਾਲ ਵਿਛਾਇਆ ਜਾ ਰਿਹਾ ਸੀ, ਜੋ ਸਟਰਕਚਰ ਸੀ ਹੈ ਨਾ, ਮਤਲਬ ਦਿਲ ਦੇ ਵਿੱਚ ਕਿਤੇ ਨਾ ਕਿਤੇ ਕੁਛ ਇਹ ਚੀਜ਼ ਆ ਗਈ ਸੀ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੈ। ਕਿਉਂਕਿ ਸਾਡੇ ਲਈ ਸੋਚਦੇ ਹੁੰਦੇ ਤਾਂ 50 ਸਾਲਾਂ ਦੇ ਵਿੱਚ ਅੱਜ ਤੱਕ ਕਿਸੇ ਨੇ ਕੋਈ ਹਜੇ ਤੱਕ ਖੱਡਿਆਂ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਬਾਜ ਟੁੱਟਦੀਆਂ ਰਹੀਆਂ ਤਾਂ ਨਹੀਂ ਸੜਕਾਂ ਬਣੀਆਂ। ਜੇ ਸਾਨੂੰ ਕਹਿਣਗੇ ਕਿ ਸਾਡੇ ਲਈ ਇਹ ਸੜਕ ਬਣਾਈ ਨਹੀਂ ਇਹਨਾਂ ਨੇ, ਅਸੀਂ ਉਹਦੇ ਪੇ ਕਰਦੇ ਹਾਂ, ਅਸੀਂ ਪੈਸੇ ਦਿੰਦੇ ਹਾਂ। ਇਹ ਸੜਕਾਂ ਜੇ ਬਣਾਈਆਂ ਗਈਆਂ ਤਾਂ ਇਹਨਾਂ ਚੀਜ਼ਾਂ ਲਈ ਬਣਾਈਆਂ ਗਈਆਂ ਸੀ। ਇਹ ਸਟਰਕਚਰ ਜਿਹੜਾ ਤਿਆਰ ਕੀਤਾ ਗਿਆ ਤਾਂ ਕਿ ਇਹਨੂੰ ਦਿੱਲੀ ਦੇ ਨਾਲ ਕਨੈਕਟ ਕੀਤਾ ਜਾ ਸਕੇ, ਈਜ਼ੀ ਹੋ ਜੇ ਸਾਰਾ ਕਮਿਊਟ ਕਰਨਾ, ਹਰੇਕ ਚੀਜ਼ ਦਾ ਜੋ ਉਹਨਾਂ ਨੇ ਆਪਣੇ ਫਾਇਦੇ ਦੇ ਲਈ ਤਿਆਰ ਕੀਤੀ ਸੀ। ਇਹ ਮੈਨੂੰ ਬੜਾ ਵੱਡਾ ਪਾਰਟ ਲੱਗਿਆ। ਸੋ ਇਹ ਮੇਰਾ ਜਿਹੜਾ ਸੀਗਾ 6-7 ਮਹੀਨੇ ਮੈਨੂੰ ਹੋ ਗਏ ਆਏ ਨੂੰ। ਤਾਂ ਜਦੋਂ ਤੁਸੀਂ ਫਿਰ ਆਖਿਰ ਤੇ ਸ਼ਾਇਦ ਮੈਂ ਸੁਣਿਆ ਵੀ ਤੁਸੀਂ ਜਾਣ ਦੀ ਤਿਆਰੀ ਦੇ ਵਿੱਚ ਸੀ, ਉਧਰੋਂ ਕਿਸਾਨਾਂ ਦਾ ਮਸਲਾ ਆਇਆ ਤੇ ਫਿਰ ਤੁਸੀਂ ਫੈਸਲਾ ਕਰ ਲਿਆ ਵੀ ਇੱਥੇ ਰਹਿਣਾ, ਹੁਣ ਇਹਦੀ ਲੜਾਈ ਲੜਨੀ ਹੈ। ਹਾਂਜੀ, ਮੈਂ ਹੁਣ ਤਾਂ ਮੇਰੇ ਜਾਣ ਦੀ ਤਿਆਰੀ ਸੀ, ਪਰ ਹੁਣ ਜਦੋਂ ਆ ਗਏ ਆਂਗੇ, ਕਿਉਂਕਿ ਹੁਣ ਜਦੋਂ ਆਪਦੀ ਪੱਗ ਨਾ ਰਹੀ, ਆਪਦੀ ਜ਼ਮੀਨ ਨਾ ਰਹੀ, ਆਪਦੀ ਮਾਂ ਨਾ ਰਹੀ, ਤਾਂ ਬਾਹਰਲੀਆਂ ਬਗਾਨੀਆਂ ਧਰਤੀਆਂ ਤੇ ਅਸੀਂ ਕੀ ਬਣਾ ਲਾਂਗੇ ਜਾ ਕੇ। ਕਿਉਂ ਲੱਗਦਾ ਵੀ ਜਿਹੜੀ ਆਪਦੀ ਮਾਂ ਨਹੀਂ ਰਹਿਣੀ ਜਾਂ ਪੱਗ ਨਹੀਂ ਰਹਿਣੀ, ਇਹੋ ਜਿਹਾ ਇਸ ਬਿੱਲ ਦੇ ਵਿੱਚ ਕੀ ਹੈ, ਕਿਸ ਤਰੀਕੇ ਦੇ ਨਾਲ ਚੱਲਣਾ ਚਾਹੁੰਦੇ ਹੈ? ਇਹ ਤਾਂ ਕਹਿੰਦੇ ਵੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ, ਕਿਉਂਕਿ ਬਾਹਰਲੇ ਮੁਲਕਾਂ ਨੇ ਤਰੱਕੀ ਕੀਤੀ ਹੈ, ਬਾਹਰਲੇ ਮੁਲਕ ਵਾਲੇ ਮਾਡਲ ਇੱਥੇ ਲੈ ਕੇ ਆ ਰਹੇ ਹਾਂ, ਤੇ ਤੁਸੀਂ ਤਾਂ ਬਾਹਰਲੇ ਮੁਲਕ 'ਚੋਂ ਆਏ ਹੋ, ਉੱਥੇ ਖੇਤੀਬਾੜੀ ਉਸ ਦੇਸ਼ ਦੇ ਵਿੱਚ ਵੀ ਬਹੁਤ ਹੈ, ਆਸਟ੍ਰੇਲੀਆ ਦੇ ਵਿੱਚ, ਤਾਂ ਕੀ ਉਹ ਮਾਡਲ ਸਾਡੇ ਕੰਮ ਨਹੀਂ ਆਉਣਗੇ? ਕਿਉਂ ਤੁਹਾਨੂੰ ਲੱਗਦਾ ਵੀ ਸਾਡੀ ਪੱਗ ਨੂੰ ਖਤਰਾ ਹੈ? ਨਹੀਂ, ਜ਼ਰੂਰ ਹੋ ਸਕਦਾ ਹੈ ਸਾਡੇ ਕੰਮ ਆ ਜਾਂਦੀਆਂ ਚੀਜ਼ਾਂ, ਲੋਕਾਂ ਨੂੰ ਪ੍ਰਪੇਅਰ ਨਹੀਂ ਕੀਤਾ ਗਿਆ। ਕਿਹਦੀ ਜ਼ਿੰਮੇਵਾਰੀ ਬਣਦੀ ਸੀ? ਸਰਕਾਰਾਂ ਦੀ ਬਣਦੀ ਸੀ। ਕਿੰਨਾ ਕੁ ਜੋ ਕਿਸਾਨ ਆ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ, ਜੋ ਚੀਜ਼ਾਂ ਲੈ ਕੇ ਆ ਰਿਹਾ ਟੈਕਨੋਲੋਜੀ ਤੋਂ, ਤਾਂ ਬਿਨਾਂ ਉਹਨਾਂ ਚੀਜ਼ਾਂ ਨੂੰ ਚਲਾਏ ਨਹੀਂ ਜਾ ਸਕਦਾ ਚੀਜ਼ਾਂ ਨੂੰ, ਹੈ ਨਾ। ਸੋ ਜਿਹੜੀ ਗੱਲ ਹੈਗੀ ਕਿ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ, ਪਹਿਲੀ ਗੱਲ ਤਾਂ ਆਪਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਜਿਹੜਾ ਬਾਹਰ ਕਿਸਾਨ ਹੈ ਨਾ, ਉਹਦੇ ਕੋਲੇ ਮਾਸ ਲੈਵਲ ਤੇ ਖੇਤੀ ਕਰਦੇ ਆ ਉਹ। ਬਿਲਕੁਲ, ਬਹੁਤ ਮਤਲਬ ਹਜ਼ਾਰਾਂ ਏਕੜ ਕਾਮਨ ਇੱਕ ਇਨਸਾਨ ਕੋਲੇ ਵੀ ਮਤਲਬ ਕਿ 2000-3000 ਏਕੜ ਦੀ ਖੇਤੀ ਹੁੰਦੀ ਆ ਉੱਥੇ। ਜੇ ਆਪਾਂ ਮਤਲਬ ਕਿ ਇਨਫੋਰਮੇਸ਼ਨ ਦੀ ਗੱਲ ਕਰੀਏ ਤਾਂ ਇੱਕ ਬੰਦੇ ਨੂੰ ਆਸਟ੍ਰੇਲੀਆ ਦੇ ਵਿੱਚ 2000 ਏਕੜ ਆਉਂਦਾ ਹੈਗਾ। ਆਪਾਂ ਨੂੰ ਮੇਰੇ ਖਿਆਲ ਨਾਲ ਇੱਥੇ ਕਿੱਲਾ 2 ਕਿੱਲੇ ਜ਼ਮੀਨ ਹਰੇਕ ਬੰਦੇ ਕੋਲੇ ਅੱਜ ਰਹਿ ਚੁੱਕੀ ਆ, ਇੰਨੀ ਕੀ ਆਉਂਦੀ ਹੋਣੀ ਆ, ਹੈ ਨਾ, ਜੋ ਕਿਉਂਕਿ ਆਬਾਦੀ ਵੀ ਆਪਣੀ ਕਾਫੀ ਹੈ। ਸੋ ਦੇਖੋ ਵੀ ਕੰਪੈਰੀਜ਼ਨ ਕਿਸ ਤਰੀਕੇ ਨਾਲ ਕਰ ਰਿਹਾ ਇਹ ਚੀਜ਼ਾਂ ਦਾ, ਕਿ ਉਧਰਲਾ ਕੰਸੈਪਟ ਇੱਧਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਉੱਥੋਂ ਦਾ ਇਹਨਾਂ ਨੇ ਦੇਖਿਆ ਨਹੀਂ ਕਿ ਉੱਥੋਂ ਦਾ ਕਿੰਨਾ ਕੁ ਉੱਥੇ ਕੰਪੀਟੀਸ਼ਨ ਹੈਗਾ ਗਾ ਖੇਤੀਬਾੜੀ ਦੇ ਵਿੱਚ, ਕਿੰਨਾ ਕੁ ਸਿਸਟਮ ਜੋ ਹੈਗਾ ਗਾ ਲੋਕ ਲੈਵਲ ਹੈ ਸਾਰਾ, ਜਦੋਂ ਤੁਸੀਂ ਸਾਰਾ ਬਣਿਆ ਤਾਂ ਲੈਵਲ ਉਸ ਤਰੀਕੇ ਦਾ ਹੋਵੇ ਇੱਥੇ, ਹੈ ਨਾ। ਇੱਕ ਚੀਜ਼ ਨੂੰ ਤੁਸੀਂ ਗ੍ਰੈਬ ਕਰ ਰਹੇ ਹੋ, ਜਸਟ ਇੱਕ ਚੀਜ਼ ਚੱਕ ਲੈਣੀ ਹੈ ਨਾ, ਤਾਂ ਉਹਦੇ ਨਾਲ ਹੀ ਇਹ ਚੀਜ਼ ਸੈੱਟ ਹੋਣੀਗੀ ਕਿ ਲੋਕ ਬਾਕੀ ਜੀ ਆਪਾਂ ਜੇ ਕਾਪੀ ਕਰਨਾ ਹੈ, ਜੇ ਮੈਨੂੰ ਲੱਗਦਾ ਹੈ ਦਰਸ਼ਕੋ, ਜੇ ਸਾਡੇ ਲੀਡਰ ਇਹ ਕਹਿੰਦੇ ਆ ਵੀ ਅਸੀਂ ਆਸਟ੍ਰੇਲੀਆ ਦਾ, ਅਮਰੀਕਾ ਦਾ ਜਾਂ ਬਾਹਰਲੇ ਦੇਸ਼ਾਂ ਦਾ ਜਿਹੜੇ ਚੰਗੇ ਦੇਸ਼ ਨੇ, ਅਮਰੀਕਾ ਤਾਂ ਚਲੋ ਫਿਰ ਵੀ ਕੁਛ ਨਾ ਕੁਛ ਮਿਲਦਾ ਜੁਲਦਾ ਇਹੋ ਜਿਹਾ ਹੈਗਾ, ਪਰ ਜਿਹੜੇ ਫਿਨਲੈਂਡ, ਆਸਟ੍ਰੇਲੀਆ ਵਰਗੇ ਦੇਸ਼ ਨੇ, ਜੇ ਉਹਨਾਂ ਦਾ ਅਸੀਂ ਕੁਛ ਕਾਪੀ ਕਰਨਾ ਤਾਂ ਫਿਰ ਉੱਥੋਂ ਦੇ ਲੀਡਰ ਕਰਪਸ਼ਨ ਵੀ ਨਹੀਂ ਕਰਦੇ, ਉਹ ਭ੍ਰਿਸ਼ਟਾਚਾਰ ਵੀ ਨਹੀਂ ਕਰਦੇ, ਉੱਥੋਂ ਦੇ ਲੀਡਰਾਂ ਦੀਆਂ ਆਪਦੀਆਂ ਜਿਹੜੀਆਂ ਸੋਚ ਹੈ, ਉਹ ਨੌਜਵਾਨਾਂ ਨੂੰ ਚਿੱਟੇ ਤੇ ਵੀ ਨਹੀਂ ਲਾਉਂਦੇ, ਉਹ ਨੌਜਵਾਨਾਂ ਨੂੰ ਮਾਰਦੇ ਵੀ ਨਹੀਂਗੇ, ਉਹ ਜਵਾਨੀ ਨੂੰ ਖੋਹਦੇ ਵੀ ਨਹੀਂਗੇ, ਬਹੁਤ ਕੁਛ ਹੈ। ਫਿਰ ਉਹ ਚੀਜ਼ਾਂ ਤਾਂ ਕਾਪੀ ਕਰਦੇ ਨਹੀਂ, ਜਾਂ ਤਾਂ ਉੱਥੋਂ ਦਾ ਸਾਰਾ ਕਨਸੈਪਟ ਕਾਪੀ ਕਰਕੇ ਲੈ ਕੇ ਆਉਣ। ਜਿਹੜੀ ਇੱਕ ਚੀਜ਼ ਲੈ ਕੇ ਆਏ ਨੇ ਤੇ ਕਹਿ ਦਿੰਦੇ ਨੇ ਜੀ ਅਸੀਂ ਤਾਂ ਵੈਸਟਰਨ ਦੇਸ਼ਾਂ ਨੂੰ ਫੋਲੋ ਕਰਦੇ, ਉਹਨਾਂ ਨੇ ਤਰੱਕੀ ਕੀਤੀ ਹੈ, ਉੱਥੇ ਖੇਤੀ ਦਾ ਮਾਡਲ ਇਹੋ ਜਿਹਾ, ਤਾਂ ਕਰਕੇ ਖੇਤੀ ਦਾ ਮਾਡਲ ਅਸੀਂ ਇੱਥੇ ਲੈ ਕੇ ਆਏ ਹਾਂ। ਉਹ ਖੇਤੀ ਦਾ ਮਾਡਲ ਚਲਾਉਣ ਵਾਸਤੇ ਇੱਥੇ ਸਭ ਕੁਝ ਪਹਿਲਾਂ ਗਰਾਊਂਡ ਤਿਆਰ ਹੋਣਾ ਚਾਹੀਦਾ ਸੀ। ਇਹ ਸਿਰਫ ਤੇ ਸਿਰਫ ਮੈਨੂੰ ਲੱਗਦਾ ਸਕੀਮਾਂ ਨੇ, ਜਿਹੜੀਆਂ ਚੀਜ਼ਾਂ ਇਹਨਾਂ ਨੂੰ ਉਹਨਾਂ ਮਾਡਲਾਂ ਦੇ ਵਿੱਚੋਂ ਆਪਦੇ ਲਈ ਫਾਇਦੇਮੰਦ ਲੱਗਦੀਆਂ ਨੇ, ਉਹ ਲੈ ਆਉਂਦੇ ਆ। ਇਹ ਸਾਰਾ ਜਿਹੜਾ ਕਾਨੂੰਨ ਬਣਾਇਆ ਗਿਆ, ਇਹ ਸਿਰਫ ਇਕੱਲੇ ਤੁਸੀਂ ਆਪ ਦੇਖੋ ਜੀ, ਭੰਡਾਰੀਕਰਨ ਕਿਸਾਨ, ਇੱਕ ਦੇਖੋ 5 ਕਿੱਲਿਆਂ ਵਾਲਾ ਭੰਡਾਰੀਕਰਨ ਕਿੰਨਾ ਕੁ ਕਰ ਲੂਗਾ, ਕਿੱਥੇ ਉਹ ਕਰੂਗਾ, ਕੀ ਉਹਦੇ ਕੋਲੇ ਕੀ ਜਗ੍ਹਾ ਹੈ। ਸੋ ਜਿਹੜਾ ਸਾਰੇ ਦਾ ਸਾਰਾ ਕਾਨੂੰਨ ਬਣਾਇਆ ਗਿਆ ਗਾ, ਇਹ ਬਣਾਇਆ ਹੀ ਸਿਰਫ ਕਾਰਪੋਰੇਟ ਸੈਕਟਰ ਲਈ ਗਿਆ ਗਾ। ਫਿਰ ਇਹ ਗੱਲ ਕਰਦੇ ਆ, ਜੇ ਬਾਹਰ ਦੀ ਗੱਲ ਕਰਦੇ ਆ, ਬਾਹਰ ਪਤਾ ਤਾਂ ਕਰੋ ਜਾ ਕੇ, ਆਮ ਨੋਰਮਲ ਕਿਸਾਨ ਆ ਉਹ ਕਿੰਨਾ ਕੁ ਸੁਖੀ ਹੈ। ਇਹ ਗੱਲ ਬਿਲਕੁਲ ਝੂਠ ਹੈਗੀ। ਜੇ ਕਹਿੰਦੇ ਨਾ ਕਿ ਇੱਥੇ ਇਹ ਚੀਜ਼ ਕੰਸੈਪਟ ਜੋ ਹੈਗਾ ਕਿ ਮਤਲਬ ਕਿ ਵੀ ਐਗਰੀਮੈਂਟ ਕੰਪਨੀਆਂ ਦੇ ਨਾਲ, ਇਹ ਕਿਤੇ ਹੀ ਪਾਸ ਨਹੀਂ ਹੋਇਆ ਗਿਆ। ਸਾਡੇ 85 ਦੇ ਵਿੱਚ ਇਹ ਚੀਜ਼ ਆਈ ਸੀਗੀ ਪਹਿਲਾਂ ਪੰਜਾਬ ਦੇ ਵਿੱਚ। ਅੱਛਾ, 85 ਦੇ ਵਿੱਚ 5 ਸਾਲ ਇਹਨਾਂ ਨੇ ਲਾਏ ਸੀ, ਔਰ ਉਦੋਂ ਕੀ ਹੋਇਆ ਸੀ ਨਾ ਕਿ ਮਤਲਬ ਇਹ ਕਰਦੇ ਕੀ ਆ ਕਿ ਬੀਜ ਵੀ ਅਸੀਂ ਦੇਵਾਂਗੇ ਤੁਹਾਨੂੰ, ਦਵਾਈਆਂ ਵੀ ਅਸੀਂ ਦੇਵਾਂਗੇ ਤੁਹਾਨੂੰ, ਬੀਜਣਾ ਕੀ ਆ ਉਹ ਵੀ ਅਸੀਂ ਦੱਸਾਂਗੇ, ਹਰੇਕ ਚੀਜ਼ ਕੰਪਨੀ ਕੰਟਰੋਲ ਕਰ ਲੈਂਦੀ ਹੈ। ਮਤਲਬ ਸਾਡੇ ਕੋਲੇ ਉਸ ਚੀਜ਼ ਦਾ ਕੋਈ ਚੀਜ਼ ਸਾਡੇ ਹੱਥ ਦੇ ਵਿੱਚ ਨਹੀਂ ਹੁੰਦੀਗੀ, ਜਦੋਂ ਕਿ ਕਿਸਾਨ ਨੂੰ ਵੱਧ ਪਤਾ ਹੈਗਾ। ਬਿਲਕੁਲ, ਐਡੇ ਟਿੱਬੇ, ਐਡੀਆਂ ਇਹੋ ਜਿਹੀ ਧਰਤੀ ਅਸੀਂ ਇੱਥੇ ਆਬਾਦ ਕੀਤੀ ਹੈ ਤੇ ਸਾਨੂੰ ਪਤਾ ਹੈ। ਬਿਲਕੁਲ, ਕਿਸਾਨ ਨੂੰ ਪਤਾ। ਔਰ ਬਾਕੀ ਕਿਸਾਨ ਦੀ ਮਾਂ ਜ਼ਮੀਨ ਆ, ਉੱਥੇ ਕੋਈ ਹੋਰ ਫੈਸਲਾ ਲਊਗਾ ਤਾਂ ਹੋਰ ਕਿਹੜੀ ਚੀਜ਼ ਰਹਿ ਗਈ ਜਿੱਤੇ ਅਸੀਂ ਫੈਸਲਾ ਕਰ ਸਕਦੇ ਹਾਂ। ਜੇ ਤੁਸੀਂ ਸਾਡੀ ਇੱਕ ਧਰਤੀ ਹੈ ਜਿੱਥੇ ਅਸੀਂ ਉਗਾਉਂਦੇ ਹਾਂ, ਜੇ ਉਹਦੇ ਫੈਸਲੇ ਵੀ ਤੁਸੀਂ ਕਰੋਗੇ ਤਾਂ ਫਿਰ ਕਾਹਦੀ ਕਰਾਂਗੇ ਅਸੀਂ। ਦੂਸਰੀ ਗੱਲ ਵੀਰੇ, ਗੱਲ ਇਹ ਬਿਲਕੁਲ ਜਾਣੀ ਕਿੱਧਰ ਨੂੰ ਚਾਹੀਦੀ ਸੀ। ਅਸੀਂ ਡਿਮਾਂਡ ਸਵਾਮੀਨਾਥਨ ਰਿਪੋਰਟ ਦੀ ਕਰ ਰਹੇ ਹਾਂ,
ਅਸੀਂ ਤਾਂ ਦੇਖੋ, ਅਸੀਂ ਜੇ ਅੱਜ ਇੱਥੇ ਖੜੇ ਸੀ, ਅਸੀਂ ਕੋਈ ਵਧੀਆ ਹਾਲਾਤਾਂ ਦੇ ਵਿੱਚ ਨਹੀਂ ਖੜੀ ਸੀ ਖੇਤੀ। ਬਿਲਕੁਲ। ਅੱਜ ਵੀ ਕਿਸਾਨ ਫਾਹੇ ਲੈ ਰਿਹਾ ਸੀ, ਇਹਨਾਂ ਨੂੰ ਤੋੜਿਆ ਜਾ ਰਿਹਾ ਸੀ। ਅਸੀਂ ਤਾਂ ਕਹਿੰਦੇ ਸੀਗੇ ਵੀ ਜਿਹੜਾ ਤੁਸੀਂ ਰੇਟ ਆਲਰੇਡੀ ਦੇ ਰਹੇ ਹੋ ਉਹ ਵੀ ਘੱਟ ਹੈ, ਤੇ ਇਹਨਾਂ ਨੇ ਉਦੋਂ ਵੀ ਜ਼ਿਆਦਾ ਮਾਂਜਤਾ। ਉਦੋਂ ਵੀ ਜ਼ਿਆਦਾ ਕਰਤਾ। ਇਹ ਪਾਲਿਸੀ ਹੈ ਇਹਨਾਂ ਦੀ, ਜੋ ਕਰੋਨਾ ਸ਼ਰੋਨਾ ਇਹਨਾਂ ਨੇ ਬਣਾਈ ਚੀਜ਼, ਉਹ ਪੂਰੇ ਵਰਲਡ ਦੇ ਵਿੱਚ ਇਹਨਾਂ ਨੇ ਕਿੰਨਾ ਹੋਰ ਤੁਸੀਂ ਦੇਖੋ ਇੱਕ ਚੀਜ਼ ਹੈ ਨਾ, ਪ੍ਰਾਈਵੇਟ ਸੈਕਟਰ ਲਈ ਕਿੰਨਾ ਕੰਮ ਕੀਤਾ ਜਾ ਰਿਹਾ। ਪਿੱਛੇ ਮੈਂ ਗਿਆ ਸੀ ਬਠਿੰਡੇ ਧਰਨੇ ਤੇ, ਅਸੀਂ ਬੈਠੇ ਸੀ, ਉੱਥੇ ਇੱਕ ਵੀਰ ਨੇ ਗੱਲ ਕੀਤੀ ਕਿ ਹੁਣ ਜਿਹੜੇ ਰੇਹੜੀਆਂ ਵਾਲੇ ਵਿਚਾਰੇ ਹੋਕਾ ਦੇ ਕੇ ਚੀਜ਼ਾਂ ਵੇਚਦੇ ਆ, ਫਰੂਟ ਹੋ ਗਿਆ, ਵੈਜੀਟੇਬਲਸ ਹੋ ਗਈਆਂ, ਉਹ ਇੱਕ ਕਾਨੂੰਨ ਬਣ ਰਿਹਾ ਗਾ ਕਿ ਉਹ ਹੁਣ ਰੇਹੜੀਆਂ ਦੇ ਉੱਤੇ ਹੋਕਾ ਦੇ ਕੇ ਉਹ ਸਬਜ਼ੀ ਨਹੀਂ ਵੇਚਿਆ ਕਰਨਗੇ। ਉਹਨਾਂ ਲਈ ਹੋ ਸਕਦਾ ਕੋਈ ਇੱਕ ਜਗ੍ਹਾ ਸਪੈਸੀਫਿਕ ਉੱਥੇ ਅਲਾਟ ਕਰ ਦੇਣਗੇ, ਉੱਥੇ ਰਿਹਾ ਕਰਨਗੇ। ਤੁਸੀਂ ਸਮਝਦੇ ਹੋ ਇੱਕ ਆਮ ਇਨਸਾਨ ਤੋਂ ਕਿੱਥੋਂ ਤੱਕ ਮਤਲਬ ਕਿ ਚੀਜ਼ ਖੋਈ ਜਾ ਰਹੀ ਹੈ ਕਿ ਜੇ ਸਾਡੇ ਲੋਕਾਂ ਨੇ ਕਿਸੇ ਨੇ ਫਰੂਟ ਖਾਣਾ ਹੈ ਜਾਂ ਜੋ ਵੀ ਖਾਣਾ, ਤਾਂ ਉਹ ਉਹਨਾਂ ਦੇ ਸ਼ਾਪਿੰਗ ਸੈਂਟਰ ਤੋਂ ਜਾ ਕੇ ਖਰੀਦ ਕੇ ਲੈ ਕੇ ਆਵੇ, ਉਹਨਾਂ ਦਾ ਖਾਵੇ। ਹਰੇਕ ਚੀਜ਼ ਇੱਥੋਂ ਤੱਕ ਇਸ ਲੈਵਲ ਤੱਕ ਜਾ ਚੁੱਕੀ ਹੈ, ਔਰ ਇਹ ਕਾਨੂੰਨ ਆਇਆ ਕਿਸੇ ਨੂੰ ਪਤਾ ਤੱਕ ਵੀ ਨਹੀਂ ਹੈਗਾ ਗਾ। ਅਪਲਾਈ ਵੀ ਹੋ ਜੂਗਾ ਉਹ ਹੌਲੀ ਹੌਲੀ, ਹਜੇ ਹੋ ਸਕਦਾ ਲੋਕਾਂ ਨੂੰ ਨਾ ਰੋਕਣ ਲੱਗੇ ਹੁਣ, ਫਿਰ ਇਹਨਾਂ ਨੇ ਹੌਲੀ ਹੌਲੀ ਉਹਦਾ ਸਟਰਕਚਰ ਤਿਆਰ ਕਰ ਲੈਣਾ, ਰੇਹੜੀਆਂ ਲਈ ਇੱਕ ਜਗ੍ਹਾ ਬਣਾ ਦੇਣੀ ਆ, ਤਾਂ ਫਿਰ ਉਹ ਬੰਦਾ ਉੱਥੇ ਕਮਿਊਟ ਨਹੀਂ ਕਰ ਸਕੂਗਾ। ਦੇਖੋ ਅੱਛਾ ਬਾਈ, ਆਪਣੇ ਜਿਹੜੇ ਧਰਨੇ ਲੱਗ ਰਹੇ ਨੇ, ਨੌਜਵਾਨ ਮੁੰਡੇ ਬਹੁਤ ਆਏ ਨੇ, ਤੇ ਤੁਹਾਨੂੰ ਵੀ ਸਲਾਮ ਹੈ ਵੀ ਤੁਸੀਂ ਇੱਕ ਵੱਡਾ ਫੈਸਲਾ ਲਿਆ ਵੀ ਬਾਹਰ ਨਹੀਂ ਜਾਣਾ ਦੁਬਾਰਾ, ਤੇ ਹੋ ਸਕਦਾ ਸਭ ਕੁਝ ਠੀਕ ਹੋ ਜਾਏ, ਤੁਹਾਨੂੰ ਦੁਬਾਰਾ ਆਪਣੀ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਮਿਲੇ। ਪਰ ਇਹ ਵੀ ਇੱਕ ਤਰ੍ਹਾਂ ਦੀ ਇਹਨੂੰ ਜ਼ਿੰਦਗੀ ਸਮਝਣਾ ਚਾਹੀਦਾ, ਸੰਘਰਸ਼ ਲੜਨਾ ਹੈ ਨਾ। ਤੁਸੀਂ ਉਹਨੂੰ ਸਮਝਿਆ। ਚਲੋ, ਤੁਹਾਨੂੰ ਲੱਗਦਾ ਵੀ ਜਿਹੜੇ ਧਰਨੇ ਲੱਗ ਰਹੇ ਨੇ ਜਾਂ ਨੌਜਵਾਨੀ ਬਾਹਰ ਆਈ ਹੈ, ਤਾਂ ਉਹਨਾਂ ਦਾ ਜਿਹੜਾ ਖੂਨ ਤੱਤਾ ਹੈ, ਤਾਂ ਉਹ ਤੱਤਾ ਖੂਨ ਵੈਸੇ ਕੁਛ ਨਾ ਕੁਛ ਲੈ ਤਾਂ ਡਿੱਗਦਾ ਹੁੰਦਾ, ਪਰ ਇਹਨੂੰ ਤੁਹਾਨੂੰ ਲੱਗਦਾ ਵੀ ਇਹ ਕੁਛ ਨਾ ਕੁਛ ਲੈਣਗੇ ਜਾਂ ਜਿੱਤ ਪ੍ਰਾਪਤ ਕਰ ਲੈਣਗੇ, ਜਾਂ ਕਿ ਸਰਕਾਰਾਂ ਇਸ ਸੰਘਰਸ਼ਾਂ ਨੂੰ ਮੋਲਡ ਕਰ ਦੇਣਗੀਆਂ, ਤੇ ਜਿਸ ਤਰੀਕੇ ਨਾਲ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਧਰਨੇ ਲਾ ਕੇ ਸੰਘਰਸ਼ ਕਰ ਰਹੇ ਨੇ, ਉਹ ਤਰੀਕਾ ਸਹੀ ਹੈ? ਦੇਖੋ ਜੀ, ਸੰਘਰਸ਼ ਤਾਂ ਸਾਨੂੰ ਕਰਨਾ ਹੀ ਪੈਣਾ, ਬਾਹਰ ਤਾਂ ਸਾਨੂੰ ਨਿਕਲਣਾ ਪੈਣਾ। ਜੇ ਅਸੀਂ ਗੱਲ ਕਰੀਏ ਕਿ ਹੁਣ ਦੇਖੋ ਇਹਨਾਂ ਨੇ ਸਪੈਸ਼ਲੀ ਸਾਨੂੰ ਅੰਦਰ ਡੱਕਣ ਦੇ ਲਈ ਹੀ ਤਾਂ ਇੱਕ ਚੀਜ਼ ਕੀਤੀ ਸੀ ਕਿ ਕਰੋਨਾ ਹੈਗਾ ਗਾ, ਤੁਸੀਂ 4 ਬੰਦੇ ਇਕੱਠੇ ਨਹੀਂ ਹੋ ਸਕਦੇ। ਬਾਹਰ ਤਾਂ ਸਾਨੂੰ ਨਿਕਲਣਾ ਪੈਣਾ, ਪਰ ਸਿਰ ਨਾਲ ਸਿਰ ਜੋੜ ਕੇ ਬੈਠਣਾ ਪਊਗਾ। ਸਾਨੂੰ ਮੱਤ ਤੋਂ ਕੰਮ ਲੈਣਾ ਪਊ, ਬੁੱਧੀ ਤੋਂ ਕੰਮ ਲੈਣਾ ਪਊ ਕਿ ਅਸੀਂ ਇੱਕ ਤਾਂ ਚੀਜ਼ ਕੀ ਹੁੰਦੀ ਨਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਬੜੀ ਹੈ ਕਿ ਅਸੀਂ ਜਿਸ ਝੰਡੇ ਦੇ ਥੱਲੇ ਇਕੱਠੇ ਹੋ ਗਏ, ਠੀਕ ਹੈ ਜੀ, ਉਹ ਬੰਦਾ ਚਾਹੇ ਕਿੱਧਰ ਨੂੰ ਮਰਜ਼ੀ ਤੁਰਿਆ ਜਾਵੇ, ਤੇ ਫਿਰ ਬਾਅਦ ਦੇ ਵਿੱਚ ਜਦੋਂ ਇਹਨਾਂ ਦੀ ਕੋਈ ਪਿੱਠ ਦੇ ਵਿੱਚ ਛੁਰਾ ਮਾਰਨ ਦਾ, ਤੇ ਫਿਰ ਇਹ ਮਤਲਬ ਕਿ ਵੀ ਕਿਉਂਕਿ ਪੰਜਾਬੀਆਂ ਨੂੰ ਜਦੋਂ ਮਾਰਿਆ ਤੇ ਪੰਜਾਬੀਆਂ ਨੇ ਮਾਰਿਆ। ਇੱਕ ਤਾਂ ਵੱਡੀ ਅਪੀਲ ਮੈਂ ਦੁਨੀਆ ਆਪਣੇ ਸਾਰੇ ਪੰਜਾਬੀਆਂ ਨੂੰ ਇਹੀ ਕਰੂੰਗਾ, ਚਾਹੇ ਹਰਿਆਣੇ ਦੇ ਲੋਕ ਆ ਚਾਹੇ ਪੰਜਾਬ ਦੇ ਆ, ਕਿ ਜਿਹੜਾ ਆਪਾਂ ਸੰਘਰਸ਼ ਕਰ ਰਹੇ ਹਾਂ ਉਹ ਆਪਦੀ ਜ਼ਮੀਨ ਤੇ ਰਹਿ ਕੇ ਕਰਨਾ ਗਾ। ਆਪਾਂ ਇੰਨਾ ਕਿਸੇ ਬੰਦੇ ਨਾਲ ਜਾਂ ਕਿਸੇ ਝੰਡੇ ਨਾਲ ਅਟੈਚ ਨਾ ਹੋਈਏ ਕਿ ਸਾਨੂੰ ਬੰਦਾ ਉਸ ਚੀਜ਼ ਨੂੰ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਉਸ ਨੂੰ ਮੋਲਡ ਕਰ ਸਕੇ ਜਾਂ, ਹੈ ਨਾ। ਕਿਉਂਕਿ ਸਾਰਿਆਂ ਦਾ ਸੰਘਰਸ਼ ਹੈ, ਸਾਡੇ ਮਾਂ ਪਿਓ ਦਾ ਲੈ ਕੇ ਬੱਚਿਆਂ ਦਾ ਲੈ ਕੇ ਹਰੇਕ ਬੰਦਾ, ਹਰੇਕ ਸਾਡੇ ਮਤਲਬ ਕਿ ਜਾਨਵਰਾਂ ਦਾ ਵੀ ਸਾਡੇ ਦਾ ਸੰਘਰਸ਼ ਹੈ। ਮਤਲਬ ਸਾਨੂੰ ਆਪਦੀ ਰਿਐਲਿਟੀ ਦੇ ਵਿੱਚ ਕਰਨਾ, ਆਪਦੇ ਦਮ ਤੇ ਅਸੀਂ ਇਹ ਚੀਜ਼ ਕਰੀਏ, ਇਹ ਸ਼ਾਇਦ ਬੈਟਰ ਰਹੂਗੀ। ਕਿਉਂਕਿ ਐਂ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਅੱਜ ਹੀ ਇਸ ਚੀਜ਼ ਦਾ ਹੱਲ ਹੋ ਜਾਊਗਾ। ਅੱਜ ਮੰਨ ਲਓ ਜੇ ਅਸੀਂ ਇਹ ਚੀਜ਼ ਵਾਪਸ ਵੀ ਕਰਤੀ ਤਾਂ 2 ਸਾਲਾਂ ਬਾਅਦ ਫੇਰ ਆਉਣਗੇ। ਸਾਨੂੰ ਲੋਕਾਂ ਨੂੰ ਸਿਆਣੇ ਹੋਣਾ ਪਊਗਾ। ਸਾਨੂੰ ਖੇਤੀਬਾੜੀ ਦੇ ਵੀ ਢੰਗ ਦੇਖੋ, ਉਹ ਕੀ ਕੀਤਾ ਉਹਨੇ, ਇੱਕ ਉਹ ਨਾ ਮਤਲਬ ਇੱਥੇ 200 ਏਕੜ ਲੈ ਗਿਆ ਜ਼ਮੀਨ, ਇੱਕ ਵਾਰੀ ਉਹਨਾਂ ਨੇ ਲਈ, ਔਰ ਉਦੋਂ 10,000 ਨੂੰ ਠੇਕਾ ਹੁੰਦਾ ਸੀਗਾ ਕਿੱਲੇ ਦਾ। ਤਾਂ ਮਤਲਬ ਕਿ ਉਹਨਾਂ ਨੇ ਕੀ ਕੀਤਾ ਕਿ ਜਾ ਕੇ ਲੋਕਾਂ ਨੂੰ ਕਹਿੰਦੇ ਤੁਹਾਨੂੰ 30,000 ਰੁਪਇਆ ਏਕੜ ਦਾ ਅਸੀਂ ਠੇਕਾ ਦਿੰਦੇ ਹਾਂ, ਸਫੇਦ ਮੂਸਲੀ ਬੀਜੀ ਜਿਹੜੀ ਲੱਖਾਂ ਰੁਪਈਆਂ ਦੀ ਕਿੱਲੇ ਚੋਂ ਨਿਕਲਦੀ ਹੈ, ਇਹਨਾਂ ਨੂੰ ਦੇ ਕੇ 30,000 ਰੁਪਇਆ, ਤੇ ਸਫੇਦ ਮੂਸਲੀ 200 ਕਿੱਲੇ ਚੋਂ ਜਾ ਕੇ ਉੱਥੇ ਕਰੋੜਾਂ ਰੁਪਈਆਂ ਦਾ ਅਰਬਾਂ ਰੁਪਏ ਦਾ ਰੁਜ਼ਗਾਰ ਬੰਦਾ ਕਰ ਗਿਆ। ਤੇ ਸਾਨੂੰ ਕੀ ਹੋਇਆ, ਅਸੀਂ ਕਿਉਂ ਨਹੀਂ ਕਰ ਪਾ ਰਹੇ ਇਹ ਜਿਹੀਆਂ ਚੀਜ਼ਾਂ? ਅਸੀਂ ਕਿਉਂ ਉੱਥੋਂ ਹੀ ਤੱਕ ਠੀਕ ਹੈ, MSP ਦਿੱਤਾ ਹੋਇਆ, ਗਵਰਨਮੈਂਟ ਦਾ ਫਰਜ਼ ਬਣਦਾ, ਦੇਣਾ ਚਾਹੀਦਾ, ਰਹਿਣੀ ਵੀ ਚਾਹੀਦੀ ਹੈ ਇਹ ਚੀਜ਼, ਪਰ ਲੋਕਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਚੀਜ਼ ਦੀ MSP ਹੈਗੀ ਤੇ ਅਸੀਂ ਇਹੀ ਚੀਜ਼ ਬੀਜਣੀ ਹੈਗੀ। ਇਹ ਬੜੀ, ਕਿਉਂਕਿ ਬਾਬੇ ਨਾਨਕ ਨੇ ਇਸ ਧਰਤੀ ਤੇ ਹਲ ਵਾਹਿਆ ਸੀ, ਉਹਨਾਂ ਨੇ ਉਹਦਾ ਕੋਈ ਕਾਰਨ ਸੀ ਕਿ ਇੱਥੋਂ ਦਾ ਐਟਮੋਸਫੀਅਰ, ਇੱਥੋਂ ਦੀਆਂ ਸਾਰੀਆਂ ਚੀਜ਼ਾਂ ਇੰਨਾ ਵਧੀਆ ਸਾਡਾ ਜਿਹੜਾ ਪੰਜਾਬ ਹੈ ਨਾ, ਇੱਥੇ ਅਸੀਂ ਕੋਈ ਵੀ ਚੀਜ਼ ਉਗਾ ਦਈਏ। ਅੱਜ ਜੇ ਕੋਈ ਬਦਾਮ ਬੀਜਣੇ ਚਾਹੁੰਦਾ ਤੇ ਬਦਾਮ ਬੀਜ ਲਓ। ਜਿਹੜੇ ਉਹ ਆਉਣਗੇ ਉਹ ਕੱਲ੍ਹ ਨੂੰ ਤੁਹਾਨੂੰ ਕਹਿਣਗੇ ਕਿ ਅਸੀਂ ਆਰਗੈਨਿਕ ਖੇਤੀ ਕਰਕੇ ਦੇ ਰਹੇ ਹਾਂ, ਤੁਹਾਨੂੰ ਸਾਡੇ ਤੋਂ ਨਹੀਂ ਹੁੰਦੀ। ਕਿੰਨਾ ਕੁਛ ਸਾਡੇ ਕੋਲ ਆਪਸ਼ਨ ਆ, ਕਿੰਨੇ ਫਰੂਟ ਆ। ਹੁਣ ਤਾਂ ਦੇਖੋ ਮਾਰਕੀਟ ਕਿੰਨੀ ਵੱਡੀ ਹੋ ਗਈ ਆ, ਓਪਨ, ਹਰੇਕ ਚੀਜ਼ ਅਵੇਲੇਬਲ ਹੈਗੀ ਆ। ਤਾਂ ਕਿਸਾਨਾਂ ਦਾ ਵੀ ਫਰਜ਼ ਬਣਦਾ ਕਿ ਉਹ ਥੋੜ੍ਹਾ ਆਪਦਾ ਜਿਹੜਾ ਕਿਸਾਨੀ ਆ ਤੇ ਉਹਨਾਂ ਬੱਚਿਆਂ ਨੂੰ ਇਨਵੋਲਵ ਕਰਨ। ਸਾਡੀ ਕਿੱਡੀ ਵੱਡੀ ਤਰਾਸਦੀ ਸੀਗੀ ਸਾਡੇ ਪੰਜਾਬ ਦੀ ਕਿ ਪਿਛਲੇ ਕਾਫੀ ਸਮੇਂ ਤੋਂ ਸਾਡੇ ਪੰਜਾਬ ਦੇ ਵਿੱਚ ਇੱਕੋ ਹੀ ਚੀਜ਼ ਚੱਲ ਰਹੀ ਹੈ ਕਿ ਤੂੰ ਖੇਤੀਬਾੜੀ ਨਹੀਂ ਕਰਨੀ। ਬੱਚੇ ਨੂੰ ਕਹਿ ਦਿੰਦੇ ਤੂੰ ਤਾਂ ਬਸ ਐਟ ਦਾ ਐਂਡ, ਜਾਂ ਬੱਚਾ ਕਹਿੰਦਾ ਜੇ ਪੜ੍ਹਾਈ ਮਤਲਬ ਤੂੰ ਖੇਤੀ ਜੋਗਾ ਹੀ ਰਹਿ ਜਾਏਗਾ। ਮਤਲਬ ਖੇਤੀ ਨੂੰ ਬਹੁਤ ਮਾੜਾ ਸਮਝਦੇ, ਖੇਤੀ ਨੂੰ ਮਾੜਾ ਸਮਝਿਆ ਜਾਂਦਾ। ਮੈਂ ਪਰਸਨਲ ਤੌਰ ਤੇ, ਮੇਰਾ ਬੱਚਾ 5 ਸਾਲ ਦਾ, ਤੁਸੀਂ ਉਹਨੂੰ ਜਾ ਕੇ ਕੁਐਸਚਨ ਕਰੋਗੇ, ਦੇਖੋ ਮੈਂ ਇੱਥੇ ਬੈਠਾ, ਤੁਸੀਂ ਫੋਨ ਲਾ ਕੇ ਇੱਕ ਚੀਜ਼ ਪੁੱਛੋ ਕਿ ਬੇਟਾ ਤੂੰ ਕੀ ਕਰੇਂਗਾ ਵੱਡਾ ਹੋ ਕੇ,
ਉਹਨੂੰ ਇਹ ਚੀਜ਼ ਸਿਖਾਈ ਹੈ ਕਿ ਕਿਸਾਨ ਬਣੂੰਗਾ ਮੈਂ ਵੱਡਾ ਹੋ ਕੇ, ਪੜ੍ਹੂੰਗਾ ਲਿਖੂੰਗਾ। ਕਿੱਡੀ ਵਧੀਆ ਚੀਜ਼ ਆ ਕਿਸਾਨੀ। ਇੰਨਾ ਇਹ ਸਾਡੇ ਲਈ ਇੱਕ ਪੇਸ਼ਾ ਨਹੀਂ, ਧੰਦਾ ਨਹੀਂ, ਸਾਡਾ ਤਾਂ ਮਤਲਬ ਕਿ ਧਰਮ ਹੈ। ਇਹ ਸਾਡੇ ਤੋਂ ਸਾਡਾ ਧਰਮ ਖੋਹਣ ਆਏ ਆ। ਇਹ ਸਾਡਾ, ਇਹਨਾਂ ਨੂੰ ਚੁੱਭਦੇ ਆ ਕਿ ਇਹ ਗੁਰੂ ਨਾਨਕ ਦੇ ਸਿੱਖ ਹੈ, ਸਾਰੀ ਦੁਨੀਆ ਤੇ ਲੰਗਰ ਲਾ ਦਿੰਦੇ ਆ। ਜਦੋਂ ਕਿਤੇ ਲੋੜ ਪੈਂਦੀ ਹੈ ਸਾਡੇ ਖਾਲਸਾ ਏਡ ਜਾਂ ਸਾਰਾ ਪੰਜਾਬ, ਜਦੋਂ ਵੀ ਕਿਤੇ ਬੰਬਬਾਰੀ ਵੀ ਹੋ ਰਹੀ ਹੈ, ਸੀਰੀਆ ਦੇ ਵਿੱਚ ਕਿੰਨਾ ਮਾਹੌਲ ਸੀ, ਉੱਥੇ ਗੁਰੂ ਨਾਨਕ ਦਾ ਲੰਗਰ ਪਹੁੰਚਿਆ। ਔਰ ਮੈਂ ਇੱਕ ਗੱਲ ਹੋਰ ਵੀ ਹੈ ਵੀ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਰਹਿ ਕੇ ਇੱਕ ਗਰੀਬ ਬੰਦਾ ਜਿਹਦੇ ਕੋਲੇ ਪੈਸੇ ਨਹੀਂ, ਉਹ ਭੁੱਖਾ ਮਰ ਸਕਦਾ। ਪਰ ਪੰਜਾਬ ਦੀ ਧਰਤੀ ਦੇ ਕਿਸੇ ਵੀ ਪਿੰਡ ਤੇ, ਕਿਸੇ ਵੀ ਖਾਲੀ ਜਗ੍ਹਾ ਤੇ, ਵਿਹੜੇ 'ਚ, ਖੇਤ 'ਚ ਕੋਈ ਬੰਦਾ ਰੋਟੀ ਵੱਲੋਂ ਭੁੱਖਾ ਨਹੀਂ ਮਰ ਸਕਦਾ। ਤੇ ਉਹਨੂੰ ਰੋਟੀ ਦਿੰਦਾ ਕੌਣ ਹੈ? ਜੇ ਆਪਾਂ ਕਹਿ ਦਿੰਦੇ ਤਾਂ ਗੁਰਦੁਆਰੇ ਦਿੰਦੇ ਆ, ਪਰ ਰੋਟੀ ਸਾਡਾ ਧਰਮ ਦਿੰਦਾ ਹੈ। ਉਹ ਧਰਮ ਸਾਡਾ ਹੈਗਾ ਕਿਸਾਨੀ। ਉਹ ਧਰਮ ਦੇ ਜਿਹੜੇ ਧਾਰਮਿਕ ਸਥਾਨ ਸਾਡੇ ਹੈਗੇ ਨੇ, ਉਹ ਹੈਗੇ ਨੇ ਖੇਤ। ਉਹਨਾਂ ਖੇਤਾਂ ਕਰਕੇ ਕੋਈ ਵੀ ਬੰਦਾ ਭੁੱਖਾ ਨਹੀਂ ਰਹਿ ਸਕਦਾ। ਸਾਡੇ ਕਿਸਾਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਜੇਰੇ ਆਏ ਨੇ, ਜਾਂ ਅਸੀਂ ਲੋਕਾਂ ਲਈ ਲੰਗਰ ਲਾ ਦਿੰਦੇ ਹਾਂ, ਸਿੱਖਾਂ ਦੇ ਦਿਲਾਂ ਦੇ ਵਿੱਚ ਜਿਹੜੇ ਏਡੇ ਏਡੇ ਜੇਰੇ ਨੇ, ਉਹ ਖੇਤਾਂ ਜਿੱਡੇ ਜੇਰੇ ਨੇ, ਤੇ ਸਾਨੂੰ ਖੇਤਾਂ ਦੇ ਵਿੱਚੋਂ ਹੀ ਆਏ ਨੇ। ਤਾਂ ਕਿਸਾਨ ਆਪਦੀ ਹੋਂਦ ਲਈ ਤਾਂ ਰੌਲਾ ਪਾਉਂਦੇ ਨੇ, ਜਿਵੇਂ ਦੀਪ ਸਿੱਧੂ ਬਾਈ ਕਹਿੰਦੇ ਹੁੰਦੇ ਨੇ ਵੀ ਸਾਨੂੰ ਸਾਡੀ ਹੋਂਦ ਨੂੰ ਖਤਰਾ ਇਹਨਾਂ ਨੇ ਪਾਤਾ। ਪਰ ਬਾਈ ਜਿਹੜੇ ਕਲਾਕਾਰ ਆਏ ਨੇ ਇਹਦੇ 'ਚ, ਚਲੋ ਜਿਹੜੇ ਨੌਜਵਾਨ ਨੇ ਉਹ ਕਲਾਕਾਰਾਂ ਕਰਕੇ ਆ ਗਏ ਹੈ ਨਾ, ਤਾਂ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਸੰਘਰਸ਼ ਹੈ ਕਲਾਕਾਰ ਬਹੁਤ ਲੰਬਾ ਸਮੇਂ ਤੱਕ ਲੜਨਗੇ? ਕਿਉਂਕਿ ਤੁਸੀਂ ਕਹਿੰਦੇ ਹੋ ਵੀ ਇਹ ਸੰਘਰਸ਼ ਤਾਂ ਬਹੁਤ ਲੰਬਾ ਹੈ, ਛੋਟੀ ਮੋਟੀ ਗੱਲ ਤਾਂ ਹੈ ਨਹੀਂ ਗੀ, ਕਿਉਂਕਿ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਵਾਰੀ ਮੋਲਡ ਕਰਕੇ ਇਹਨੂੰ ਠੰਡਾ ਕਰ ਦੇਣਾ। ਜਿਹੜੇ ਜਿੰਨੇ ਲੋਕ ਗਰਾਊਂਡ ਦੇ ਵਿੱਚ ਬੈਠੇ ਨੇ, ਇਹ ਲੰਬਾ ਸੰਘਰਸ਼ ਲੜਨ ਦੇ ਲਈ ਤੇ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਪ੍ਰੇਰਿਤ ਕਰਨ, ਤੇ ਤੁਹਾਨੂੰ ਲੱਗਦਾ ਵੀ ਕਰਨਗੇ? ਬਿਲਕੁਲ। ਦੇਖੋ ਜੀ, ਗਾਇਕੀ ਤੋਂ ਪਹਿਲਾਂ ਤਾਂ ਮੇਰੇ ਖਿਆਲ ਨਾਲ ਉਹ ਕਿਸਾਨ ਹੀ ਨੇ, ਕਿਸਾਨਾਂ ਦੇ ਬੱਚੇ ਹੈ ਨਾ, ਤਾਂ ਬਹੁਤ ਵਧੀਆ ਉਹਨਾਂ ਦਾ ਵੀ ਦੇਖੋ ਇਕਜੁੱਟ ਹੋ ਕੇ ਉਹ ਨਿਕਲੇ ਹੋਏ ਨੇ। ਪਰ ਅਸੀਂ ਇਹ ਨਹੀਂ ਨਾ, ਅਸੀਂ ਦੇਖੋ ਉਹ ਸਾਡੀ ਮਦਦ ਕਰ ਰਹੇ ਆ। ਜਿਸ ਤਰੀਕੇ ਦੇ ਨਾਲ ਆਵਾਮ ਹੈ, ਉਹ ਵੀ ਆਵਾਮ ਦੇ ਵਿੱਚੋਂ ਹੀ ਨੇ, ਮਦਦ ਕਰ ਰਹੇ ਆ। ਜੇ ਉਹ ਮਤਲਬ ਕਿ ਵਿਚਾਰੇ, ਮੈਂ ਇੱਦਾਂ ਇਸ ਤਰੀਕੇ ਨਾਲ ਨਹੀਂ ਇਸ ਗੱਲ ਨੂੰ ਕਹੂੰਗਾ ਕਿ ਅਸੀਂ ਉਹਨਾਂ 'ਤੇ ਡਿਪੈਂਡ ਹੋ ਜਾਈਏ, ਜਾਂ ਉਹਨਾਂ ਤੋਂ ਅਸੀਂ ਇੰਨੀਆਂ ਮਤਲਬ ਕਿ ਵੀ ਉਹ ਕਰੀਏ ਕਿ ਤੁਸੀਂ ਸਾਰਾ ਕੁਝ ਸਾਨੂੰ ਕਰਕੇ ਦਿਓ, ਕਿਉਂਕਿ ਸਾਰਿਆਂ ਦੇ ਕਰਨ ਵਾਲਾ ਕਾਰਜ ਹੈ ਇਹ। ਬੈਠਣਾ ਪਊ ਇਕੱਠੇ ਹੋ ਕੇ, ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਪੈਣਾਗਾ, ਫਿਰ ਕਿਤੇ ਜਾ ਕੇ। ਅੱਜ ਇਹ ਨਹੀਂ ਕਿ ਇਹ ਤਾਂ ਕਿੰਨਾ ਸਮਾਂ ਲੰਬਾ ਚੱਲਣਾ ਸੰਘਰਸ਼, ਕਿਉਂਕਿ ਇਹ ਅੱਜ ਨਹੀਂ ਆਏਗੇ, ਪਹਿਲਾਂ ਵੀ ਆਉਂਦੇ ਰਹੇ ਨੇ, ਹੁਣ ਆਏ ਨੇ। ਹੁਣ ਥੋੜ੍ਹਾ ਜਿਹਾ ਅਟੈਕਿੰਗ ਮੋਡ 'ਤੇ ਆਏ, ਸਟਰਕਚਰ ਤਿਆਰ ਕੀਤਾ ਗਿਆ। ਹੁਣ ਗਵਰਨਮੈਂਟ ਗੱਲ ਕਰਦੀ ਹੈ। ਇੱਕ ਆਪਾਂ ਗੱਲ ਕਰਦੇ ਹਾਂ ਕਿ ਜੇ ਹਰਿਆਣਾ, ਪੰਜਾਬ ਔਰ ਮੱਧ ਪ੍ਰਦੇਸ਼ ਕਿਉਂ ਰੌਲਾ ਪਾ ਰਹੇ ਆ ਕਿ MSP ਪੂਰੇ ਇੰਡੀਆ ਦੇ ਵਿੱਚ ਨਹੀਂ ਹੈਗੀ ਗੀ। ਗੱਲ ਇੱਥੇ ਆ ਕਿ ਮਤਲਬ ਕਿ ਵੀ ਸਾਰਾ ਉਹ ਕਹਿੰਦੇ ਨਾ ਵੀ MSP ਪੂਰੇ ਇੰਡੀਆ ਦੇ ਵਿੱਚ ਹੈ ਨਹੀਂ ਗੀ। ਤਾਂ ਗੱਲ ਇੱਥੇ ਆ ਕਿ ਆਪਾਂ ਇਹ ਕਰਾਂਗੇ ਕਿ ਸਟਰਕਚਰ ਤਾਂ ਹੁਣ ਤਿਆਰ ਕੀਤਾ ਗਿਆ ਨਾ, ਕਿ ਪੂਰਾ ਇੰਡੀਆ ਇਹਨਾਂ ਨੇ ਕਨੈਕਟ ਕਰ ਲਿਆ, ਕਿ ਕਮਿਊਟ ਕਰਨਾ ਈਜ਼ੀ ਹੋ ਗਿਆ। ਅੱਜ 2 ਘੰਟਿਆਂ ਦੇ ਵਿੱਚ, 3 ਘੰਟਿਆਂ 'ਚ ਬੰਦਾ ਦਿੱਲੀ ਪਹੁੰਚ ਜਾਂਦਾ। ਜੇ ਪਹਿਲਾਂ ਉੱਥੇ MSP ਸੀ ਜਾਂ ਨਹੀਂ ਸੀ, ਤਾਂ ਉਸ ਚੀਜ਼ ਦਾ ਤਾਂ ਕੋਈ ਮਤਲਬ ਕਿ ਆਪਾਂ ਰਿਲੇਟ ਕਰ ਹੀ ਨਹੀਂ ਸਕਦੇ ਨਾ, ਕਿਉਂਕਿ ਜਿਹੜਾ ਸਟਰਕਚਰ ਹੈ ਹੁਣ ਤਿਆਰ ਕੀਤਾ ਇਹਨਾਂ ਨੇ। ਜਿਵੇਂ ਆਪਾਂ ਕਹਦੇ ਕਿ ਜੇ ਛੋਟਾ ਜਿਹਾ ਬੱਚਾ ਆਪਾਂ ਮੰਗ ਲਈਏ, ਤਾਂ ਜਦੋਂ ਵਿਆਹ ਕਰਾਂਗੇ ਵੱਡੇ ਨੂੰ ਕਰਕੇ ਹੀ ਕਰਾਂਗੇ ਨਾ। ਜਦੋਂ 22-24 ਸਾਲ ਦਾ ਹੋ ਜੂ ਤਾਂ ਵਿਆਹ ਤਾਂ ਉਦੋਂ ਹੋਊਗਾ। ਸੋ ਹੁਣ ਇਹਨਾਂ ਦਾ ਹੈਗਾ ਜਿਹੜਾ, ਤੇ ਜਿਹੜੀ ਤੁਹਾਡੀ ਗੱਲ ਕੀਤੀ ਹੈ ਤੁਸੀਂ ਕਿ ਆਪਣੇ ਕਲਾਕਾਰਾਂ ਦੀ, ਹੁਣ ਤੱਕ ਤਾਂ ਦੇਖੋ ਜੀ ਲੋਕ ਉਹਨਾਂ ਦੇ ਨਾਲ ਨੇ, ਬਹੁਤ ਵਧੀਆ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ। ਪਰ ਲੋੜ ਹੈ ਸਾਨੂੰ ਸਾਡੇ ਬੁੱਧੀਜੀਵੀ ਵਰਗ ਦੇ ਨਾਲ ਰਲ ਕੇ ਅਸੀਂ ਇਸ ਚੀਜ਼ ਦਾ ਸੋਲਿਊਸ਼ਨ ਪ੍ਰੋਪਰ ਕੱਢ ਕੇ ਲੋਕਾਂ ਨੂੰ ਵੀ ਸਿਆਣੇ ਹੋਣਾ ਪਊਗਾ। ਅੱਛਾ ਭਾਈ, ਤੁਸੀਂ ਐਜ਼ ਅ ਨੌਜਵਾਨ, ਕਿਉਂਕਿ ਬਹੁਤ ਸਾਰੇ ਨੌਜਵਾਨ ਦੀਪ ਸਿੱਧੂ ਦੇ ਨਾਲ ਨੇ, ਇੱਕ ਤੁਸੀਂ ਪੂਸੂ ਦੇ ਪ੍ਰਧਾਨ ਰਹੇ ਹੋ ਨਾ, ਇੱਕ ਸੂਝਵਾਨ ਨੌਜਵਾਨ ਹੋ, ਤੁਹਾਡੀ ਜਿਹੜੀ ਸੂਝ-ਬੂਝ ਉਹ ਕੀ ਕਹਿੰਦੀ ਹੈ ਵੀ ਦੀਪ ਸਿੱਧੂ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਸਹੀ ਨੇ ਕਿ ਗਲਤ? ਵੈਸੇ ਇਸ ਗੱਲ ਤੇ ਬਾਹਲੀ ਚਰਚਾ ਬਣਦੀ ਨਹੀਂ, ਕਿਉਂਕਿ ਆਪਾਂ ਉਹਨਾਂ ਲੜਾਈਆਂ ਦੇ ਵਿੱਚ ਪੈਣਾ ਨਹੀਂ, ਪਰ ਫਿਰ ਵੀ ਕਿਉਂਕਿ ਉਹ ਇੱਕ ਬੰਦਾ ਸੰਘਰਸ਼ ਲੜ ਰਿਹਾ, ਚਾਹੇ ਉਹ ਨਵਾਂ ਆਇਆ, ਤੇ ਉਸ ਦੂਸਰੇ ਪਾਸੇ ਲੱਖੇ ਸਿਧਾਣੇ ਵੀ ਬਹੁਤ ਤਕੜਾ ਸੰਘਰਸ਼, ਲੱਖਾ ਸਿਧਾਣਾ ਤਾਂ ਬਹੁਤ ਟਾਈਮ ਤੋਂ ਲੜ ਰਿਹਾ, ਪਰ ਉਹਨਾਂ ਦੇ ਨਾਲ ਲੋਕ ਨੇ, ਜਥੇਬੰਦੀਆਂ ਵੀ ਨੇ। ਪਰ ਦੀਪ ਸਿੱਧੂ ਦਾ ਸੰਘਰਸ਼ ਲੜਨ ਦਾ ਤਰੀਕਾ ਤੁਹਾਨੂੰ ਕਿੰਨਾ ਅਸਰ ਕਰਦਾ ਤੇ ਕਿੰਨਾ ਸਹੀ ਲੱਗਦਾ, ਕਿੰਨਾ ਗਲਤ ਲੱਗਦਾ? ਦੇਖੋ ਜੀ, ਜਦੋਂ ਆਪਾਂ ਸੰਘਰਸ਼ ਲੜ ਰਹੇ ਹਾਂ ਨਾ, ਤਾਂ ਜੇ ਕੋਈ ਨੈਗੇਟਿਵ ਗੱਲ ਕਰ ਰਿਹਾ ਹੈਗਾ ਨਾ, ਤਾਂ ਮੈਨੂੰ ਲੱਗਦਾ ਵੀ ਉਹ ਕਰਨੀ ਨਹੀਂ ਚਾਹੀਦੀ ਗੀ, ਗਲਤ ਗੱਲ ਹੈਗੀ। ਹੋਣਾ ਕੀ ਚਾਹੀਦਾ ਕਿ ਲੜ ਤਾਂ ਉਹ ਸੰਘਰਸ਼ ਹੀ ਰਹਿਣਾ। ਕਿਸੇ ਨੂੰ ਕੀ ਪਤਾ, ਲੋਕ ਆਪਣੇ ਵੱਲੋਂ ਹੀ ਪਰਸੈਪਸ਼ਨ ਤਿਆਰ ਕਰ ਲੈਂਦੇ ਕਿ ਨਹੀਂ ਜੀ ਇਹ ਤਾਂ ਇੱਦਾਂ ਹੈਗਾ ਨਾ। ਜਦੋਂ ਕੋਈ ਜੇ ਕਰੂਗਾ ਫਿਰ ਆਪਾਂ ਕਹਿ ਸਕਦੇ ਹਾਂ ਨਾ। ਬਾਕੀ ਉਹਨਾਂ ਨੇ, ਹਰ ਇੱਕ ਬੰਦੇ ਦਾ ਆਪਦਾ ਇੱਕ ਤਰੀਕਾ ਹੁੰਦਾ ਹੈ। ਜੇ ਮੰਨ ਲਓ ਮੈਂ ਵਿਰੋਧ ਕਰੂੰਗਾ, ਵਿਦਰੋਹ ਕਰੂੰਗਾ, ਮੇਰਾ ਆਪਣਾ ਤਰੀਕਾ ਹੋਊ, ਤੁਹਾਡਾ ਇੱਕ ਆਪਣਾ ਤਰੀਕਾ ਹੋਊ। ਉਹਨਾਂ ਨੇ ਬਾਈ ਜੀ ਨੂੰ ਮੈਂ ਜਿੰਨੀਆਂ ਵੀ ਉਹਨਾਂ ਦੀਆਂ ਇੰਟਰਵਿਊ ਮੈਂ ਸੁਣੀਆਂ, ਵਧੀਆ ਉਹ ਉਹਨਾਂ ਨੂੰ ਕਿ ਦਰਦ ਰੱਖਦੇ ਆ ਉਹ ਪੰਜਾਬ ਦੇ ਬਾਰੇ 'ਚ, ਹੈ ਨਾ, ਆਪਣੇ ਧਰਮ ਨੂੰ ਲੈ ਕੇ ਸਾਰੀਆਂ ਚੀਜ਼ਾਂ ਨੂੰ। ਤਾਂ ਉਹ ਉੱਥੇ ਬੈਠੇ, ਉਹਨਾਂ ਦਾ ਫੈਸਲਾ ਹੈ, ਅਤੇ ਮੋਸਟ ਵੈਲਕਮ ਹੈ ਉਹਨਾਂ ਨੂੰ ਉੱਥੇ ਬੈਠ ਕੇ। ਜੇ ਚੰਗਾ ਲੱਗਦਾ ਕਿ ਸਾਨੂੰ
ਕਿਉਂਕਿ ਹੋਰ ਪਾਸਿਓਂ ਵੀ ਤਾਂ ਗੱਲ ਚੱਲ ਕੇ ਆਈ ਸੀ ਕਿ ਅਸੀਂ ਸ਼ੰਭੂ ਤੇ ਜਾ ਕੇ ਬੈਠਾਂਗੇ ਨਾ, ਤਾਂ ਨਹੀਂ ਠੀਕ ਹੈ ਉਹਨਾਂ ਦਾ ਸੰਘਰਸ਼ ਜੋ ਚੱਲ ਰਿਹਾ ਹੈਗਾ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਨਾ ਸਹਿਯੋਗ ਦੇਣਾ ਚਾਹੀਦਾ ਗਾ। ਅੱਛਾ ਭਾਈ, ਤੁਸੀਂ ਇਹੋ ਜਿਹੀਆਂ ਚੀਜ਼ਾਂ ਜਿਹੜਾ ਤੁਹਾਡੇ ਮਨ ਦੇ ਵਿੱਚ ਜਜ਼ਬਾ ਆਇਆ, ਜ਼ਮੀਰ ਜਾਗਿਆ, ਜਾਂ ਤੁਸੀਂ ਬੋਲਦੇ ਹੋ ਜਾਂ ਲੋਕਾਂ ਨੂੰ ਜਾਗਰੂਕ ਕਰਦੇ ਹੋ, ਇਹ ਇੱਕ ਕਾਮਨ ਜਿਹਾ ਸਵਾਲ ਹੈ ਵੀ ਇਹ ਚੀਜ਼ਾਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੀ ਮਿੱਟੀ 'ਚੋਂ ਮਿਲੀਆਂ? ਹਾਂ ਬਿਲਕੁਲ ਬਾਈ ਜੀ, ਹੈ ਨਾ, ਉੱਥੇ ਮਤਲਬ ਕਿ ਬੜਾ ਕੁਝ ਦੇਖਣ ਨੂੰ ਮਿਲਿਆਗਾ। ਬੜੀ ਵਾਰੀ ਜੇਲ੍ਹ ਯਾਤਰਾ ਹੋਈ ਆ, ਬਹੁਤ ਵਾਰੀ ਮੈਂ ਹੰਗਰ ਸਟ੍ਰਾਈਕ ਕੀਤੀ ਆ, ਇੱਕ ਵਾਰੀ ਮੈਂ 6 ਦਿਨ ਦੀ ਹੰਗਰ ਸਟ੍ਰਾਈਕ ਕੀਤੀ ਸੀ। ਮੈਂ ਸੁਣਿਆ ਤੁਹਾਡੇ ਤੇ ਪਰਚੇ ਵੀ ਕਾਫੀ ਹੁੰਦੇ ਰਹੇ ਆ। ਹਾਂਜੀ, ਪਰਚੇ ਕਾਫੀ ਰਹੇ ਹੈਗੇ ਯੂਨੀਵਰਸਿਟੀ ਦੇ ਵਿੱਚ ਹੀ ਰੋਲੇ? ਯੂਨੀਵਰਸਿਟੀ ਦੇ ਵਿੱਚ ਹਾਂ, ਇਹ ਸੰਘਰਸ਼ ਨੂੰ ਲੈ ਕੇ ਹੋਏ ਨੇ ਕਾਫੀ ਵਾਰੀ। ਮੈਂ ਮਤਲਬ ਕਿ ਵੀ ਜਿਵੇਂ ਲਾ ਲਓ ਟ੍ਰੈਸਪਾਸ ਦਾ ਹੋ ਗਿਆ, ਕਦੇ ਜਿਵੇਂ ਵਾਈਸ ਚਾਂਸਲਰ ਹੋ ਗਿਆ, ਉਹਨਾਂ ਨੂੰ ਮਤਲਬ ਕਿ ਗੇਟ ਦੇ ਉੱਤੇ ਹੈ ਨਾ ਇਸ ਤਰੀਕੇ ਨਾਲ ਉੱਥੇ ਪ੍ਰੋਟੈਸਟ, ਮੈਂ ਸਭ ਤੋਂ ਜ਼ਿਆਦਾ ਪ੍ਰੋਟੈਸਟ ਕੀਤੇ ਆ 2 ਸਾਲ ਦੇ ਪੀਰੀਅਡ ਦੇ ਵਿੱਚ, ਔਰ 3 ਵਾਰ ਮੈਂ ਹੰਗਰ ਸਟ੍ਰਾਈਕ ਕੀਤੀ ਸੀਗੀ। ਅਤੇ ਉਹਦੇ ਵਿੱਚ ਮਤਲਬ ਕਿ ਅਸੀਂ ਬਹੁਤ ਵੱਡੀ ਇੱਕ ਜਿਹੜੀ ਸਾਡੀ ਲੜਾਈ ਸੀਗੀ ਤਾਂ ਇੱਕ ਬਹੁਤ ਵੱਡੀ ਧਿਰ ਦੇ ਨਾਲ ਹੋਈ ਸੀ। ਉੱਥੋਂ ਮੈਨੂੰ ਲੱਗਦਾ ਗਾ ਕਿ ਅਸੀਂ ਸੰਘਰਸ਼ ਜਿੱਤ ਸਕਦੇ ਹਾਂ। ਇਹ ਨਹੀਂ ਅਸੀਂ ਲੋਕਾਂ ਨੂੰ ਇਹੀ ਸੰਦੇਸ਼ ਦੇਵਾਂਗੇ ਕਿ ਸਾਨੂੰ ਲੜਾਈ ਜਾਰੀ ਰੱਖਣੀ ਚਾਹੀਦੀ ਹੈਗੀ। ਰਿਜ਼ਲਟ ਕੀ ਨਿਕਲੂਗਾ ਉਹ ਅਸੀਂ ਬਾਅਦ ਦੇ ਵਿੱਚ ਦੇਖਾਂਗੇ। ਅਸੀਂ ਆਪਦੀ ਲੜਾਈ ਹੈ ਜਿਹੜੀ ਉਹ ਜਾਰੀ ਰੱਖ ਕੇ ਮੈਦਾਨ ਦੇ ਵਿੱਚ ਅਸੀਂ ਡਟੇ ਰਹੀਏ, ਕਿਉਂਕਿ ਜਿਹਦੇ ਨਾਲ ਸਾਡੀ ਲੜਾਈ ਪਈ ਹੋਈ ਹੈ ਨਾ, ਉਹ ਬੰਦਾ ਡਾਇਰੈਕਟ ਅਸੀਂ ਇਕੱਲੇ ਹੁਣ ਅਸੀਂ ਕਹਿ ਦਿੰਦੇ ਹਾਂ ਨਰਿੰਦਰ ਮੋਦੀ, ਉਹ ਜਸਟ ਇੱਕ ਮੋਹਰ ਹੈਗਾ, ਉਹਨੂੰ ਮੂਹਰੇ ਕੀਤਾ ਗਿਆ ਕਾਰਪੋਰੇਟ ਸੈਕਟਰ ਦਾ, ਹੈ ਨਾ। ਉਹ ਐਡਾ ਕੁ ਵੱਡਾ ਸੈਕਟਰ ਹੈ ਕਿ ਪੰਜਾਬ ਦੀ ਸਰਕਾਰ 27 ਵਾਰੀ 28 ਵਾਰੀ 30 ਵਾਰੀ ਬਣਾ ਕੇ ਉਹ 30 ਸਰਕਾਰਾਂ ਇਹੋ ਜਿਹੀਆਂ ਖਰੀਦ ਸਕਦਾ ਗਾ। ਇੰਨਾ ਕੁ ਜ਼ਿਆਦਾ ਪੈਸਾ ਪੰਜਾਬ ਦੇ ਬਜਟ ਤੋਂ, ਇੰਨਾ ਵੱਡਾ ਬਜਟ ਹੈ ਉਹਨਾਂ ਬੰਦਿਆਂ ਦਾ। ਇਹਦੀ ਤੁਸੀਂ ਥੋੜ੍ਹੇ ਜਿਹੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਜਿਹੜਾ ਕਦੇ ਕੁਛ ਕਰ ਦਿੰਦੇ ਆ ਕਾਰਪੋਰੇਟ ਸੈਕਟਰ ਲਈ, ਕਦੇ GST, ਕਦੇ ਕੁਛ, ਜਿਹੜਾ ਸਾਰਾ ਕੁਛ ਉਹਨਾਂ ਸੈਕਟਰ ਜਾਂ ਉਹਨਾਂ ਦੇ ਵੱਡੇ ਲੋਕਾਂ ਦੇ ਅਡਾਨੀਆਂ ਬਾਨੀਆਂ ਦੇ ਕਰਜ਼ੇ ਮਾਫ ਕਰ ਦਿੰਦੇ ਆ, ਕਿਸਾਨਾਂ ਦੇ ਕਰਦੇ ਨਹੀਂ। ਇਹ ਸਾਰੇ ਹੁਣ ਜੇ ਥੋੜ੍ਹੇ ਸ਼ਬਦ 'ਚ ਕਹਿਣਾ ਹੋਵੇ ਤਾਂ ਕੀ ਕਰਨਾ ਚਾਹੁੰਦਾ ਹੈ ਮੋਦੀ ਦਾ ਆਖਰ ਮਨਸੂਬਾ ਕੀ ਹੈ? ਮੋਦੀ ਨੂੰ ਕੀ ਲੱਗਦਾ, ਇੱਕ ਨੌਜਵਾਨ ਹੋ ਕੇ ਤੁਸੀਂ ਕੀ ਸੋਚਦੇ ਹੋ ਵੀ ਮੋਦੀ ਆਉਣ ਵਾਲੇ ਸਾਲਾਂ ਦੇ ਵਿੱਚ ਕਿਹੋ ਜਿਹਾ ਮਾਡਲ ਤਿਆਰ ਕਰਨਾ ਚਾਹੁੰਦਾ? ਦੇਖੋ, ਨਰਿੰਦਰ ਮੋਦੀ, ਮੈਨੂੰ ਨਹੀਂ ਲੱਗਦਾ ਜੀ ਕਿ ਉਹਦਾ ਕੋਈ ਆਪਣਾ ਕੁਛ ਖਾਸ ਕੋਈ ਦਿਮਾਗ ਹੈ। ਉਹਨੂੰ ਮੂਹਰੇ ਇਸੇ ਕਰਕੇ ਲਿਆਂਦਾ ਗਿਆ ਕਿ ਇੱਕ ਅਨਪੜ੍ਹ ਬੰਦਾ ਹੈ। ਦੇਖੋ, ਮੈਂ ਕਿਸੇ ਦਾ ਪੱਖ ਨਹੀਂ ਕਰਦਾ ਇੱਥੇ। ਮੈਨੂੰ ਮਨਮੋਹਨ ਸਿੰਘ, ਮੈਂ ਕੋਈ ਕਾਂਗਰਸ ਦਾ ਪੱਖ ਨਹੀਂ ਕਰ ਰਿਹਾ। ਡਾਕਟਰ ਮਨਮੋਹਨ ਸਿੰਘ, ਹੀ ਵਾਜ਼ ਅ ਗੁੱਡ ਮੈਨ, ਹੈ ਨਾ। ਉੱਥੇ ਉਹਨਾਂ ਨੇ ਜਦੋਂ ਕੀਤਾ ਤਾਂ ਉਹ ਮਤਲਬ ਕਿ ਮੈਨੂੰ ਲੱਗਦਾ ਗਾ ਕਿ ਕਿਸੇ ਮੀਟਿੰਗ ਦੇ ਵਿੱਚ ਜਦੋਂ ਬੈਠਦੇ ਹੋਣਗੇ ਨਾ ਤਾਂ ਉਹ ਕਾਊਂਟਰ ਜ਼ਰੂਰ ਕਰਦੇ ਹੋਣਗੇ। ਇਹ ਤਾਂ ਜੈਸ ਸਰ ਕਹਿਣ ਵਾਲਾ ਬੰਦਾ ਇਕੱਲਾ, ਜੋ ਤਿਆਰ ਕਰ ਰਹੇ ਹੈਗੇ ਉਹੀ ਲੋਕ ਕਰ ਰਹੇ ਹੈਗੇ। ਇਹਦਾ ਤਾਂ ਮੇਰੇ ਖਿਆਲ ਨਾਲ ਇਹਨੂੰ ਤਾਂ ਜਸਟ ਮੋਹਰਾ ਇੱਕ ਵਰਤਿਆ ਜਾ ਰਿਹਾ ਹੈਗਾ, ਔਰ ਇਹਨੂੰ ਸਿਰਫ ਇਹ ਗੱਲ ਕਹੀ ਗਈ ਹੈ ਕਿ ਤੂੰ ਜਿਹੜਾ ਧਰਮ ਵਾਲਾ ਸਿਸਟਮ ਆ ਇਹਦੇ 'ਚ ਲੋਕਾਂ ਨੂੰ ਤਾਣੇ ਬਾਣੇ 'ਚ ਉਲਝਾਈ ਚੱਲੀ, ਅਤੇ ਇਹ ਸਿਸਟਮ ਆ ਜਿਹੜਾ ਤੂੰ ਆਪਣਾ ਸਾਡਾ ਜਿਹੜਾ ਸਟਰਕਚਰ ਤਿਆਰ ਕਰ ਦੇ। ਇਹ ਲੋਕਾਂ ਨੂੰ ਇੱਕ ਗੁਲਾਮ ਬਣਾਉਣ ਦੀ ਇੱਕ ਵਿਧੀ ਹੈਗੀ, ਜੋ ਪ੍ਰਾਈਵੇਟੇਸ਼ਨ ਹੈਗੀ ਨਾ। ਤਾਂ ਮਤਲਬ ਕੱਲ੍ਹ ਨੂੰ ਜੇ ਉਹ ਚੀਜ਼ ਇੱਥੇ ਹੋ ਜਾਂਦੀ ਹੈ ਤਾਂ ਹਿੰਦੁਸਤਾਨ ਦੇ ਲੋਕਾਂ ਦਾ ਧਰਮ ਹੀ ਚੇਂਜ ਹੋ ਜਾਊਗਾ। ਉਹਨਾਂ ਦਾ ਰੱਬ ਆ ਨਾ, ਉਹ ਅੰਬਾਨੀ ਨੇ ਬਣ ਜਾਣੇਗਾ। ਤੁਸੀਂ ਸਮਝ ਸਕਦੇ ਹੋ ਇੰਨਾ ਜਿਹੜਾ ਇੰਨਾ ਇੱਕ ਬੰਦੇ ਦੇ ਹੱਥ ਦੇ ਵਿੱਚ ਪਾਵਰ ਆ ਜਾਣੀ ਹੈ ਨਾ, ਉਹ ਨਹੀਂ ਸਰਕਾਰਾਂ ਡਿਸਾਈਡ। ਅੱਜ ਦੇਖੋ, ਲੋਕਤੰਤਰ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਹੈਗਾ। ਆਮ ਲੋਕ ਨਹੀਂ ਕਹਿ ਰਹੇਗੇ, ਜੇ ਉਠਾ ਰਿਹਾ ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਠਾ ਰਿਹਾ ਹੈਗਾ। ਲੋਕਤੰਤਰ ਤੋਂ ਵਿਸ਼ਵਾਸ ਉੱਠ ਗਿਆ ਲੋਕਾਂ ਦਾ। ਅੱਜ ਕੋਈ ਪੰਜਾਬ ਦੇ ਵਿੱਚ ਕੋਈ ਗੱਲ ਕਰਦਾ ਕਿ ਅਸੀਂ ਕਾਨੂੰਨੀ ਲੜਾਈ ਲੜ ਲਈਏ, ਸਾਨੂੰ ਪਤਾ ਕਿਸੇ ਨੇ ਸੁਣਵਾਈ ਨਹੀਂ ਕਰਨੀ ਗੀ ਸਾਡੀ। ਕਿਤੇ ਵੀ ਜਾਵਾਂਗੇ ਤਾਂ ਹਰੇਕ ਚੀਜ਼ ਹੈ ਜਿਹੜੀ ਅੱਜ ਹਰੇਕ ਬੰਦੇ ਦਾ ਵਿਸ਼ਵਾਸ ਉੱਠ ਗਿਆ ਕਿ ਤਾਨਾਸ਼ਾਹੀ ਡਿਕਟੇਟਰਸ਼ਿਪ ਚੱਲ ਰਹੀ ਹੈਗੀ। ਉਹਦੇ ਵਿੱਚ ਉਹ ਆਪਣੇ ਜਾਣੇ ਤਾਂ ਸੋਚਦਾ ਕਿ, ਕਿਉਂਕਿ ਬਾਹਰ ਵੀ ਮੈਂ ਉਹਨਾਂ ਨੂੰ ਕੋਈ ਬੜਾ ਚੰਗਾ ਨਹੀਂ ਮੰਨਦਾ, ਬਾਹਰ ਵੀ ਪ੍ਰਾਈਵੇਟੇਸ਼ਨ ਹੀ ਹੈਗਾ ਗਾ ਸਾਰਾ ਜਿਹੜਾ ਬਾਹਰ ਚੱਲਦਾ ਨਾ ਸਟਰਕਚਰ। ਕੋਈ ਚੀਜ਼ ਗਵਰਨਮੈਂਟ ਨਹੀਂ, ਟ੍ਰੇਨਾਂ ਤੋਂ ਲੈ ਕੇ ਹਰੇਕ ਚੀਜ਼ ਪ੍ਰਾਈਵੇਟ ਹੀ ਹੈਗੀ, ਕਿਉਂਕਿ ਉਹ ਕੰਟਰੀਜ਼ ਆ, ਉਹਨਾਂ ਦਾ ਕੋਈ ਇੰਨਾ ਜ਼ਿਆਦਾ ਇਤਿਹਾਸ ਨਹੀਂ ਰਿਹਾ ਗਾ। ਤਾਂ ਉਹ ਕਿਉਂਕਿ ਜਗ੍ਹਾ ਪਈ ਸੀ, ਲੈਂਡ ਪਈ ਸੀ, ਜਿਵੇਂ ਅਮਰੀਕਾ 500-600 ਸਾਲ ਪਹਿਲਾਂ ਪੁਰਾਣੀ ਕੰਟਰੀ ਹੈਗੀ ਆ, ਬਣਾਈ ਗਈ ਆ, ਤਾਂ ਉਹ ਇਹਨਾਂ ਲੋਕਾਂ ਦੇ ਸਹਿਯੋਗ ਦੇ ਨਾਲ ਬਣਾਈ ਗਈ ਹੈਗੀ, ਪੈਸੇ ਵਾਲੇ ਬੰਦਿਆਂ ਦੇ ਸਹਿਯੋਗ ਦੇ ਨਾਲ ਬਣਾਈ ਆ। ਉਹਨਾਂ ਦੀ ਤਰ੍ਹਾਂ ਹੀ ਉਹ ਨੀਤੀਆਂ ਬਣਾਈਆਂ ਗਈਆਂ ਨੇ, ਉਹਨਾਂ ਦੇ ਹੀ ਉੱਥੇ ਕਾਨੂੰਨ ਚੱਲਦੇ ਨੇ, ਹੈ ਨਾ। ਇੱਕ ਕੰਪਨੀ ਦੀ ਤਰ੍ਹਾਂ ਉਹ ਦੇਸ਼ ਨੇ। ਤਾਂ ਉਹ ਚੀਜ਼ ਇਹ ਇੱਧਰ ਲੈ ਕੇ ਆਉਣੀ ਚਾਹੁੰਦਾ, ਜਿੱਥੇ ਆਲਰੇਡੀ ਲੋਕ, ਇੱਥੇ ਤਾਂ ਸਾਡਾ ਇੰਨਾ ਵਧੀਆ ਸੱਭਿਆਚਾਰ ਹੈ, ਇੰਨਾ ਜ਼ਿਆਦਾ ਸਾਡਾ ਇੰਨੀ ਵਧੀਆ ਕੰਟਰੀ ਹੈ, ਡਿਵੈਲਪਡ ਕੰਟਰੀ ਹੈ ਨਾ। ਤਾਂ ਇੱਥੋਂ ਉਹਨਾਂ ਲੋਕਾਂ ਦੇ ਕੰਸੈਪਟ ਚੱਕ ਕੇ ਲਾਗੂ ਕਰਨੇ ਮੈਨੂੰ ਨਹੀਂ ਲੱਗਦਾ ਗਾ ਕਿ ਉਹ ਸਹੀ ਰਹਿਣਗੇ, ਕਿਉਂਕਿ ਸਾਡੇ ਦੇਸ਼ ਦੀ ਆਬਾਦੀ ਬੜੀ ਹੈਗੀ। ਅਤੇ ਇਹ ਚੀਜ਼ਾਂ ਤਾਂ ਲੋਕਾਂ ਨੂੰ ਵਿਹਲੇ ਕਰਨ ਵਾਲੀਆਂ ਗੱਲਾਂ ਨੇ ਕਿ ਜੇ ਅੱਜ ਗੱਲਾਂ ਕਰਦੇ ਨੇ ਕਿ ਸਾਨੂੰ ਉੱਥੇ ਖੇਤਾਂ ਦੇ ਵਿੱਚ ਕੰਮ ਮਿਲਿਆ ਕਰੂ, ਸਾਨੂੰ ਤਾਂ ਕੰਮ ਵੀ ਨਹੀਂ ਮਿਲਣਾ। ਉੱਥੇ ਇੰਨੀ ਜ਼ਿਆਦਾ ਮਸ਼ੀਨਰੀ ਆ ਕਿ ਉਹਨਾਂ ਨੇ ਆਪਦੀ ਮਸ਼ੀਨਰੀ ਨਾਲ ਹੀ ਸਾਰਾ ਕੁਛ ਕਰੀ ਜਾਣਾ ਗਾ। ਸੋ ਜੋ ਵੀ ਇਹ ਸੋਚ ਰਹੇ ਆ, ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿੱਥੇ ਤਾਂ ਅਸੀਂ ਗੱਲਾਂ ਕਰਦੇ ਸੀ ਕਿ ਸਾਡੇ ਪੰਚਾਇਤਾਂ ਕੋਲੇ ਵੀ, ਸਾਡੇ ਪੰਜਾਬ ਦੇ ਕੋਲੇ ਜਾਂ ਹਰੇਕ ਸਟੇਟ ਕੋਲੇ ਆਪਣਾ ਇੱਕ ਅਧਿਕਾਰ ਹੋਣੇ ਚਾਹੀਦੇ ਆ, ਕਿੱਥੇ ਸਾਰਾ ਕੁਝ ਖੋ ਰਹੇ ਆ। ਕਿਵੇਂ ਪੋਸੀਬਲ ਹੈ? ਜੇ ਇਹ ਕਨਸੈਪਟ ਅਪਲਾਈ ਕਰਨੇ ਚਾਹੁੰਦਾ ਬਾਹਰਲੇ ਦੇਸ਼ਾਂ ਵਾਲੇ ਤਾਂ ਅਪਲਾਈ ਕਰੇ। ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈਗੀਆਂ ਨੇ ਨਾ, ਤਾਂ ਆਪਣੇ ਇੰਡੀਆ ਦੀਆਂ ਬਣਾ ਦੇ।
ਸਟੇਟਸ ਨੂੰ ਰੁਤਬਾ, ਕਿਉਂਕਿ ਦੇਖੋ ਇੰਨੀਆਂ ਜ਼ਿਆਦਾ ਭਾਸ਼ਾਵਾਂ ਬੋਲਦਾ ਇਹ ਦੇਸ਼, ਕਿੰਨੀਆਂ ਜ਼ਿਆਦਾ ਭਾਸ਼ਾਵਾਂ ਨੇ, ਕਿੰਨੇ ਜ਼ਿਆਦਾ ਧਰਮ ਹੈ, ਕਿੰਨਾ ਵੱਡਾ ਕਲਚਰ, ਇਹ ਇੱਕ ਜਗ੍ਹਾ ਤੇ ਅਸੀਂ ਕਿਵੇਂ ਕੰਟਰੋਲ ਕਰ ਲਾਂਗੇ। ਹਰੇਕ ਖਿੱਤੇ ਦਾ ਆਪਣਾ ਇੱਕ ਤਰੀਕਾ ਹੈ ਜਿਉਣ ਦਾ, ਧਰਮ ਦਾ, ਖਾਣ ਦਾ, ਪੀਣ ਦਾ, ਤਾਂ ਉਹ ਉਹਨਾਂ ਨੂੰ ਡਿਸਾਈਡ ਕਰਨ ਦਿਓ ਨਾ। ਜੇ ਸਾਡੇ ਬਾਬਾ ਜੀ ਨੇ ਗੱਲ ਕੀਤੀ ਤਾਂ ਇਹਨਾਂ ਨੇ ਆ ਕੇ ਦੇਖੋ ਜੀ ਸਾਡੇ ਨਾਲੇ ਸਾਡੇ ਤੇ ਵਾਰ ਕੀਤਾ, ਉਹਨਾਂ ਨੂੰ ਮਤਲਬ ਕਿ ਇਹਨਾਂ ਨੇ ਖਤਮ ਹੀ ਕਰਤਾ। ਦੇਖੋ ਉਹਨਾਂ ਨੇ ਵੀ ਗੱਲ ਕੀਤੀ ਸੀ ਨਾ, ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਗੱਲ ਕੀਤੀ ਸੀ ਤਾਂ ਇਹੀ ਗੱਲ ਕੀਤੀ ਸੀ ਕਿ 4 ਚੀਜ਼ਾਂ ਸੈਂਟਰ ਆਪਣੇ ਕੋਲੇ ਰੱਖੋ ਆਪਦੇ ਕੋਲੇ। ਇੱਕ ਮੁਦਰਾ ਸਫੀਤੀ, ਬਾਹਰਲੇ ਦੇਸ਼ਾਂ ਨਾਲ ਜੋ ਤੁਹਾਡਾ ਲੈਣ ਦੇਣ ਹੈ ਰੱਖੋ, ਟ੍ਰੇਨ ਹੋ ਗਈ, ਰੇਲ ਤੇ ਕਤਾਰ ਵਿਭਾਗ, ਬਾਕੀ ਤੁਸੀਂ ਸਟੇਟਸ ਨੂੰ ਸਾਰੇ ਦੇ ਦਿਓ ਤਾਂ ਚੀਜ਼ ਸਹੀ ਹੈ ਨਾ। ਇਹ ਅਸੀਂ ਤਾਂ ਕਿੱਥੇ ਇਹ ਚੀਜ਼ਾਂ ਸੋਚ ਰਹੇ ਹਾਂਗੇ ਕਿ ਤੁਸੀਂ ਲੋਕਾਂ ਨੂੰ ਡਿਸਾਈਡ ਕਰਨ ਦਿਓ। ਲੋਕਾਂ ਦਾ ਆਪਣਾ ਪੰਜਾਬ ਖਿੱਤਾ ਤੇ ਪੰਜਾਬ ਦੇ ਲੋਕ, ਪੰਜਾਬ ਕੋਲੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ। ਬਾਈ ਇਹ ਜਿਹੜੀ ਦੁਬਾਰਾ ਮੰਗ ਉੱਠਣੀ ਸੀ 2020 ਦੇ ਵਿੱਚ ਰੈਫਰੈਂਡਮ ਦੀ ਜਾਂ ਖਾਲਿਸਤਾਨ ਦੀ, ਤੁਹਾਨੂੰ ਨਹੀਂ ਲੱਗਦਾ ਜਿਹੜੇ ਸਾਡੇ ਨੌਜਵਾਨ ਨੇ ਇਹ ਵੀ ਮਤਲਬ ਜਿਹੜਾ ਰਸਤੇ ਤੋਂ ਭਟਕ ਗਏ? ਚਲੋ ਠੀਕ ਹੈ, ਖਾਲਿਸਤਾਨ ਦਾ ਮੁੱਦਾ ਸਹੀ ਹੈ, ਗਲਤ ਉਹ ਗੱਲ ਵੱਖਰੀ ਹੈ, ਪਰ ਇਹ ਜਿਹੜਾ ਜੋਸ਼ ਦੇ ਵਿੱਚ ਆ ਕੇ ਖਾਲਿਸਤਾਨ ਦੇ ਨਾਅਰੇ ਲਾਉਣੇ ਤੇ ਜਾਂ ਜੋਸ਼ ਦੇ ਵਿੱਚ ਆ ਕੇ ਐਸੇ ਪਾਸੇ ਕਿਸੇ ਨਾਲ ਲੜਾਈ ਕਰਨੀ ਇਸ ਮੁੱਦੇ ਤੇ, ਇਹਨੂੰ ਛੱਡ ਕੇ ਸਿਆਣਪ ਦੇ ਤੌਰ ਤੇ ਜੇ ਚੱਲਦੇ ਤਾਂ ਹੋ ਸਕਦਾ ਜਿਹੜੀ ਵੱਖਰੀ ਸਟੇਟ ਵਾਲਾ ਜਿਹੜਾ ਮਸਲਾ ਵਧੀਆ ਹੋ ਜਾਂਦਾ। ਪਰ ਹੁਣ ਇਹ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ, ਕਿਉਂਕਿ ਜਦੋਂ ਵੀ ਕੋਈ ਖਾਲਿਸਤਾਨ ਦੀ ਗੱਲ ਕਰਦਾ ਉਦੋਂ ਬਹੁਤ ਹੀ ਲੜਾਈ ਵਾਲੇ ਢੰਗ 'ਚ ਕਰਦਾ ਤੇ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਜਾਂਦਾ ਵੀ ਇਹ ਤਾਂ ਕੁਝ ਹੋਰ ਤਰ੍ਹਾਂ ਦੀ ਸਟੇਟ ਹੋਊਗੀ। ਹਾਲਾਂਕਿ ਇਹਦਾ ਜਿਹੜਾ ਮੁੱਢਲਾ ਕਨਸੈਪਟ ਸੀਗਾ ਜਾਂ ਮੁੱਢਲੀ ਸੋਚ ਸੀ ਉਹ ਬਹੁਤ ਵਧੀਆ ਸੀ। ਬਿਲਕੁਲ ਜੀ, ਉਹ ਤਾਂ ਬਹੁਤ ਵੱਡਾ ਵਿਸ਼ਾਲ ਦਾਇਰਾ ਸੀਗਾ, ਹੈ ਨਾ। ਅੱਜ ਦਾ ਜੇ ਕੋਈ ਲੀਡਰ ਗੱਲ ਕਰਦੇ ਆ ਨਾ ਤਾਂ ਉਹ ਇੱਕ ਐਸੇ ਮਤਲਬ ਕਿ ਫਿਰਕਾ ਪ੍ਰਸਤੀ ਟਾਈਪ ਗੱਲ ਕਰਦੇ ਆ। ਅੱਜ ਸਾਡਾ ਦੇਖੋ ਲੈਣ ਦੇਣ, ਜੋ ਆੜਤੀਏ ਨੇ, ਬਾਣੀਆਂ, ਸਾਡਾ ਕਿੰਨਾ ਪਿਆਰ ਹੈ ਉਹਨਾਂ ਨਾਲ, ਕਿੰਨਾ ਉਹਨਾਂ ਨੇ ਸਾਡੇ ਪੰਜਾਬ ਨੂੰ ਅੱਜ ਤੱਕ ਦੇਖੋ ਕਿੰਨੇ ਘਰ ਚਲਾਏ ਆ ਉਹਨਾਂ ਨੇ। ਕਬੀਲਦਾਰੀ ਇੱਕ ਹਿਸਾਬ ਨਾਲ ਜ਼ਿਮੀਂਦਾਰ ਤੋਂ ਨਹੀਂ ਚੱਲਦੀ ਹੁੰਦੀ ਸੀ, ਮਤਲਬ ਕਿ ਬਾਣੀਆਂ ਚਲਾ ਕੇ ਦਿੰਦਾ ਸੀ ਕਿ ਆਹ ਹਾੜੀ ਸੋਨੀ ਭਾਈ ਤੂੰ ਇੰਨੇ ਪੈਸੇ ਵਰਤ ਲਾ, ਇੰਨੇ ਤੇਰੇ, ਹੈ ਨਾ। ਤਾਂ ਮਤਲਬ ਕੀ ਹੈ ਕਿ ਜੋ ਅੱਜ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਇੱਥੇ ਦਾ ਸਿਸਟਮ ਇਹਨਾਂ ਦਾ ਇਸ ਤਰੀਕੇ ਨਾਲ ਰਹੂਗਾ ਕਿ ਸਾਨੂੰ ਇੱਥੋਂ ਜਾਣਾ ਪਊਗਾ, ਜਦੋਂ ਕਿ ਗੱਲ ਇਹ ਹੋਣੀ ਚਾਹੀਦੀ ਹੈ ਕਿ ਪੰਜਾਬ ਇਹਦੇ ਤਾਂ ਦੇਖੋ ਸਾਡੇ ਹਰੇਕ ਚੀਜ਼ ਗੁਰੂਆਂ ਨੇ ਸਾਡੇ ਬਣਾਈ ਹੈ, 4 ਦੀਵਾਰ ਰੱਖੇ ਹੈਗੇ, ਸਾਰਿਆਂ ਲਈ ਖੁੱਲ੍ਹੇ ਹੈਗੇ, ਤੁਸੀਂ ਆਓ। ਪਰ ਖਾਲਿਸਤਾਨ ਦਾ ਜਿਹੜਾ ਕਨਸੈਪਟ ਬਈ ਅੱਜ ਕੱਲ੍ਹ ਪ੍ਰਚਾਰ ਕੀਤਾ ਜਾਂਦਾ ਉਹਦੇ ਵਿੱਚ ਇਹੀ ਲੱਗਦਾ ਵੀ ਇੱਥੇ ਬਾਣੀਏ ਨੇ ਜਾਂ ਜਿਹੜੇ ਮਹਾਜਨ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਊਗਾ, ਜਾਂ ਜਿਹੜੇ ਪੰਜਾਬੀ ਹਿੰਦੂ ਨੇ ਉਹਨਾਂ ਨੂੰ ਇੱਥੇ ਰਹਿਣ ਦੀ ਕੋਈ ਜਗ੍ਹਾ ਨਹੀਂ ਹੋਣੀਗੀ, ਹਰ ਇੱਕ ਨੂੰ ਕੇਸ ਰੱਖਣੇ ਪੈਣੇ ਆ। ਜਿਹੜਾ ਉਹ ਕਨਸੈਪਟ ਆ ਉਸ ਕਨਸੈਪਟ ਤੋਂ ਲੋਕ ਥੋੜ੍ਹਾ ਜਿਹਾ ਕੰਨੀ ਕਤਰਾਉਂਦੇ ਆ ਤੇ ਡਰਦੇ ਆ। ਹਾਲਾਂਕਿ ਇਹਦਾ ਜਿਹੜਾ ਮੁੱਢਲਾ ਕਨਸੈਪਟ ਤੇ ਸਿਆਣਪਣਾ ਸੋਚਣ ਵਾਲਾ ਕਨਸੈਪਟ ਉਹ ਨਹੀਂ ਸੀ, ਉਹ ਇੱਕ ਵੱਖਰੀ ਸਟੇਟ ਦੀ ਮੰਗ ਸੀ ਜਿਹਦੇ ਵਿੱਚ ਇੱਕ ਜਿਹੜੀ ਮਾਈਨੋਰਿਟੀ ਨੂੰ ਪੂਰੇ ਦੇਸ਼ ਦੇ ਵਿੱਚ ਮਾਈਨੋਰਿਟੀ ਗਿਣਦੇ ਆ, ਇਹ ਵੀ ਇੱਕ ਮੈਜੋਰਿਟੀ ਦੀ ਤਰ੍ਹਾਂ ਪੇਸ਼ ਹੋ ਸਕੇ। ਬਿਲਕੁਲ ਜੀ, ਇਹ ਮਤਲਬ ਕਿ ਮੈਂ ਤਾਂ ਇਹੀ ਕਹੂੰਗਾ ਕਿ ਇੱਕ ਪਾਲਿਸੀਜ਼ ਹੀ ਹੁੰਦੀਆਂ ਗਵਰਨਮੈਂਟ ਏਜੰਸੀਆਂ ਦੇ ਥਰੂ ਕਰਾਉਂਦੀ ਹੈ ਕਿ ਇਹ ਚੀਜ਼ ਨੂੰ ਅਸੀਂ ਮਤਲਬ ਕਿ ਲੋਕਾਂ ਦਾ ਜਿੰਨਾ ਚਿਰ ਲੋਕਾਂ ਦਾ ਵਿਸ਼ਵਾਸ ਨਹੀਂ ਬਣਦਾ ਕਿਸੇ ਚੀਜ਼ ਤੇ ਤਾਂ ਪੋਸੀਬਲ ਨਹੀਂ ਹੁੰਦੀ। ਤਾਂ ਲੋਕਾਂ ਦਾ ਵਿਸ਼ਵਾਸ ਕਦੋਂ ਉਠਾਇਆ ਜਾਂਦਾ ਹੈ? ਇਹੋ ਜਿਹੇ ਖਾਲਿਸਤਾਨ ਦੀ ਤਾਂ ਮੰਗ ਅਸੀਂ ਵੀ ਨਹੀਂ ਕਰਦੇ। ਅਸੀਂ ਵੀ ਇਸ ਚੀਜ਼ ਦੇ ਪੱਖੀ ਹਾਂ ਕਿ ਸਾਡਾ ਆਪਦਾ ਖਿੱਤਾ ਹੈ, ਆਬਾਦ ਹੋਣਾ ਚਾਹੀਦਾ, ਅਸੀਂ ਆਜ਼ਾਦ ਹੋਣੇ ਚਾਹੀਦੇ ਹਾਂ ਕਿ ਦਿੱਲੀ ਹਰੇਕ ਚੀਜ਼ ਕੰਟਰੋਲ 'ਚ ਨਾ ਰੱਖੇ, ਸਾਡਾ ਆਪਦਾ ਹੋਣਾ ਚਾਹੀਦਾ। ਜੇ ਨਾਲ ਰੱਖਣਾ ਨਾਲ ਰੱਖ ਲਓ, ਜੇ ਅੱਡ ਕਰਨਾ ਅੱਡ ਕਰ ਦਿਓ, ਅਸੀਂ ਉਹਦੇ ਲਈ ਵੀ ਤਿਆਰ ਹਾਂ। ਠੀਕ ਆ, ਅੱਜ ਤੱਕ ਤਾਂ ਇਹ ਸਾਡੇ ਤੇ ਡਿਪੈਂਡ ਰਿਹਾ। ਜਦੋਂ ਲੜਾਈ ਕਰਨੀ ਹੁੰਦੀ ਸੀਗੀ ਜਦੋਂ ਲੋਕਾਂ ਨਾਲ ਲੜਨਾ ਸੀ ਉਦੋਂ ਅਸੀਂ ਮੂਹਰੇ, ਜਦੋਂ ਕਿਤੇ ਭੁੱਖੇ ਮਰਦੇ ਸੀਗੇ ਤਾਂ ਸਾਡੇ 'ਚ ਜ਼ਹਿਰਾਂ ਪਾਈਆਂ। ਸਾਡੇ ਲੋਕਾਂ ਨੂੰ ਉਦੋਂ ਵੀ ਸਿਆਣਪ ਵਰਤਣੀ ਚਾਹੀਦੀ ਸੀ ਕਿ ਅਸੀਂ ਜਦੋਂ ਇਹ ਹਰੀ ਕ੍ਰਾਂਤੀ ਲੈ ਕੇ ਆਇਆ ਸਾਨੂੰ ਸਿਆਣਾ ਤਾਂ ਉਦੋਂ ਹੋ ਜਾਣਾ ਚਾਹੀਦਾ ਸੀ। ਸ਼ੁਰੂਆਤ ਇਹਨਾਂ ਚੀਜ਼ਾਂ ਦੀ ਉਦੋਂ ਹੋ ਗਈ ਸੀ। ਹੁਣ ਗੱਲ ਤੁਹਾਡੀ ਉਹ ਖਾਲਿਸਤਾਨ ਦੀ ਆ ਜਿਹੜੀ ਆਪਾਂ ਕਰਦੇ ਹਾਂ ਏਜੰਸੀਆਂ ਦੇ ਥਰੂ। ਇਹ ਲੋਕ ਕੀ ਕਰਦੇ ਹੈਗੇ ਕਿ ਸਾਡੇ ਤੱਕ ਵੀ ਜਿਹੜੀ ਉਹਨਾਂ ਚੀਜ਼ ਦੇ ਆਉਂਦੀ ਆ ਨਾ ਕਿ ਖਾਲਿਸਤਾਨ ਇਸ ਤਰੀਕੇ ਤਾਂ ਅਸੀਂ ਆਪ ਵੀ ਨਹੀਂ ਚਾਹੁੰਦੇ ਕਿ ਉਹ ਇਸ ਤਰੀਕੇ ਦੀ ਚੀਜ਼ ਬਣੇ ਕਿ ਹੋਰ ਲੋਕ ਅਨਕੰਫਰਟੇਬਲ ਹੋਣ ਕਿ ਸਾਨੂੰ ਇੱਥੋਂ ਮੂਵ ਕਰਨਾ ਪਊਗਾ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਹਰੇਕ ਧਰਮ ਦਾ ਸਤਿਕਾਰ ਕੀਤਾ ਹੈਗਾ, ਹਰੇਕ ਜਾਤ ਪਾਤ ਉਹਨਾਂ ਨੇ ਤਾਂ ਮਿਟਾਈ ਹੈ ਉਹ ਚੀਜ਼। ਸੋ ਉਹ ਚੀਜ਼ ਨਹੀਂ ਹੈਗੀ ਕਿ ਅੱਜ ਦੇ ਸਮੇਂ ਦੇ ਉੱਤੇ। ਤੇ ਬਾਕੀ ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਉਹ ਗੱਲਾਂ ਕਰਨੀਆਂ ਇਹੋ ਜਿਹੇ ਸੰਘਰਸ਼ਾਂ ਨੂੰ ਫੇਲ ਕਰਨ ਵਾਲੀ ਗੱਲ ਹੁੰਦੀ ਹੈ, ਕਿਉਂਕਿ ਖਾਲਿਸਤਾਨ ਇੱਕ ਮੁੱਦਾ ਅਲੱਗ ਹੈ, ਕਿਸਾਨੀ ਇਹ ਸਾਡਾ ਇੱਕ ਮੁੱਦਾ ਅਲੱਗ ਹੈ। ਆਖਰੀ ਸਵਾਲ ਇੱਕ ਬਾਈ ਤੁਸੀਂ ਜ਼ਰੂਰ ਮੈਂ ਕਹੂੰਗਾ ਤਾਂ ਇਸ ਬਾਰੇ ਦੱਸਿਓ ਕਿ ਜਿਹੜੇ ਰਿਲਾਇੰਸ ਦੇ ਪੰਪਾਂ ਦਾ ਬਾਈਕਾਟ ਕੀਤਾ ਜਾ ਰਿਹਾ ਜਾਂ ਰਿਲਾਇੰਸ ਦੇ ਸਿੰਮਾਂ ਦਾ ਜੀਓ ਦਾ ਬਾਈਕਾਟ ਕੀਤਾ ਜਾ ਰਿਹਾ ਤਾਂ ਇਹ ਚੀਜ਼ਾਂ ਦਾ ਕਿੰਨਾ ਕੁ ਅਸਰ ਲੱਗਦਾ ਹੈ? ਇਹਨਾਂ ਚੀਜ਼ਾਂ ਨਾਲ ਅੰਬਾਨੀਆਂ ਅੰਡਾਨੀਆਂ ਨੂੰ ਕੋਈ ਫਰਕ ਪੈਂਦਾ ਹੋਣਾ? ਆਪਾਂ ਮੰਨ ਲਓ ਜੀ ਸਮੁੰਦਰ ਦੇ ਵਿੱਚੋਂ ਇੱਕ ਬਾਲਟੀ ਕੱਢ ਲਈ, ਕੀ ਫਰਕ ਪੈ ਜੂ ਉਹਦੇ ਨਾਲ? ਐਡਾ ਵੱਡਾ ਉਹਨਾਂ ਬੰਦਿਆਂ ਦਾ ਬਜਟ ਹੈਗਾ ਕਿ ਪੰਜਾਬ ਤੁਹਾਨੂੰ ਦੱਸੀ ਗੱਲ ਕਿ ਪੰਜਾਬ ਦੇ ਇਹੋ ਜਿਹੀਆਂ 27 ਗਵਰਨਮੈਂਟਾਂ ਉਹ ਖਰੀਦ ਸਕਦੇ ਆ ਪੰਜਾਬ ਵਰਗੀਆਂ ਨਾ। ਇੰਨਾ ਜ਼ਿਆਦਾ ਬਜਟ ਹੈ ਉਹਦਾ। 27 ਵਾਰੀ ਸਾਡੇ ਦੇਸ਼ ਦੀ ਉਹ ਮਤਲਬ ਕਿ ਇੰਨੀ ਜ਼ਿਆਦਾ ਇਕੋਨਮੀ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗੀ। ਤੇ ਜਿਹੜੀਆਂ ਇਹ ਚੀਜ਼ਾਂ ਅਸੀਂ ਕੀਤੀਆਂ ਨੇ ਇਹ ਬਸ ਮਤਲਬ ਕਿ ਮੈਂ ਇਹ ਸੰਦੇਸ਼ ਵੀ ਦੇਣਾ ਚਾਹੂੰਗਾ ਕਿ
ਇੰਨਾ ਕੁ ਕਰਕੇ ਨਾ ਕਿਤੇ ਆਪਾਂ ਆਪਦੀ ਪੜਾਸ ਜੀ ਕੱਢ ਕੇ ਬੈਠ ਨਾ ਜਾਈਏ। ਸੰਘਰਸ਼ ਲੰਬਾ ਚੱਲਣਾ ਹੈ ਨਾ। ਉਹਨਾਂ ਨੂੰ ਆਪਾਂ ਬੰਦ ਕਰ ਲਏ, ਉਹ ਤਾਂ ਕਹਿੰਦੇ ਨੇ ਕਿ ਚਲੋ ਖੇਡ ਲੱਗੇ ਹੋਏ ਆ, ਵਧੀਆ ਹੋ ਗਿਆ, ਇੰਨੇ ਨਾਲ ਹੀ ਸਰੀ ਜਾਂਦਾ। ਤਾਂ ਮੈਂ ਨੌਜਵਾਨਾਂ ਨੂੰ ਵੀ ਤੇ ਸਾਰਿਆਂ ਨੂੰ ਵੀ ਆਪਦੇ ਵੱਲੋਂ ਇੱਕ ਬੇਨਤੀ ਕਰੂੰਗਾ ਕਿ ਇਹ ਚੀਜ਼ ਆਪਾਂ ਕੋਈ ਬਾਹਲੀ ਵੱਡੀ ਮੱਲ ਨਹੀਂ ਮਾਰੀਗੀ ਕਿ ਅਸੀਂ ਪੰਪ ਬੰਦ ਕਰ ਲਏ, ਸਾਨੂੰ ਟੋਲ ਨਹੀਂ ਦੇਣਾ ਪੈ ਰਿਹਾ। ਚਲੋ ਅਸੀਂ ਕੁਛ ਦਿਨਾਂ ਲਈ ਕਰ ਲਈਆਂ ਚੀਜ਼ਾਂ, ਪਰ ਇਹ ਸਮਝ ਲਓ ਵੀ ਸਮੁੰਦਰ ਦੇ ਵਿੱਚੋਂ ਅਸੀਂ ਇੱਕ ਬਾਲਟੀ ਕੱਢੀ ਆ। ਇਹਦਾ ਨਿਚੋੜ ਹੈ ਜਿਹੜਾ ਗੱਲ ਦਾ, ਸਾਨੂੰ ਇਕੱਠੇ ਹੋ ਕੇ ਕਿਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਇਫੈਕਟ ਕਰ ਸਕਦੇ ਹਾਂ। ਹੁਣ ਤੁਸੀਂ ਦੇਖੋ ਸਾਡੇ ਬਾਬਾ ਜੀ ਜਸਵੰਤ ਸਿੰਘ ਕਮਲ ਜੀ ਹੈ ਨਾ, ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਪੰਜਾਬ ਸਿਆਂ ਵੀ ਜਿਉਣਾ ਕਿ ਮਰਨਾ ਹੈ ਨਾ। ਉਦੋਂ ਉਹਨਾਂ ਨੇ ਗੱਲ ਕੀਤੀ ਸੀ ਕਿ ਤੁਸੀਂ ਕਣਕ ਹੈ ਨਾ ਜਿਹੜੀ ਬੀਜਣੀ, ਘਰ ਜੋਗੀ ਬੀਜਣੀ ਸ਼ੁਰੂ ਕਰ ਦਿਓ। ਤੇ ਜਿਹੜੇ ਇਹ ਲੀਡਰ ਲੋਕ ਨੇ, ਇਹ ਮੋਦੀ ਨੇ ਤਾਂ ਸਾਡੇ ਕੋਲੇ ਨਾ ਮਤਲਬ ਕਿ ਵੀ ਅਸੀਂ ਇਹਨਾਂ ਕੋਲੇ ਜਾਂਦੇ, ਸਾਡੇ ਕੋਲੇ ਕਣਕ ਮੰਗਣ ਲਈ ਆਉਣਾ ਸੀ ਕਿੱਥੇ ਇਹਨਾਂ ਨੇ। ਅੱਜ ਅਸੀਂ ਉਗਾ ਇਹਨਾਂ ਨੂੰ ਦੇ ਰਹੇ ਹਾਂਗੇ। ਆਪਦੀ ਜ਼ਮੀਨ ਆ, ਜਰਖੇਜ਼ ਧਰਤੀ, ਅਸੀਂ ਉਹ ਵੀ ਨਸ਼ੇ ਤੇ ਲਾ ਲਈ, ਪੁੱਤ ਇਹਨਾਂ ਨੇ ਸਾਡੇ ਨਸ਼ੇ ਤੇ ਲਾਤੇ। ਦੇਖੋ ਪਰ ਅੱਜ ਉੱਠ ਕੇ ਆਏ ਨੇ ਨੌਜਵਾਨ, ਬੜੀ ਅੱਜ ਕੋਈ ਸ਼ਿਕਵਾ ਨਹੀਂ ਨੌਜਵਾਨਾਂ ਪ੍ਰਤੀ। ਲੋਕ ਕਹਿੰਦੇ ਸੀ, ਮੈਨੂੰ ਤਾਂ ਉੱਥੇ ਬੈਠੇ ਨੂੰ ਬਾਹਰ ਇਹੀ ਲੱਗਦਾ ਸੀ ਕਿ ਸ਼ਾਇਦ ਸਾਰਾ ਪੰਜਾਬ ਹੀ ਚਿੱਟੇ ਨੇ ਖਾ ਲਿਆ। ਐਸੀ ਕੋਈ ਗੱਲ ਨਹੀਂ, ਸਾਰੇ ਪੰਜਾਬ ਦੇ ਨੌਜਵਾਨ ਸੜਕਾਂ ਤੇ ਨੇ। ਪਰ ਇਹਨਾਂ ਚੀਜ਼ਾਂ ਨਾਲ ਆਪਾਂ ਕੋਈ ਬਾਹਲੀ ਵੱਡੀ ਮੱਲ ਨਹੀਂ ਮਾਰੀਗੀ। ਆਪਾਂ ਨੂੰ ਲੰਬਾ ਸੰਘਰਸ਼ ਲੜਨਾ ਪੈਣਾ, ਤਿਆਰ ਰਹਿਣਾ ਪੈਣਾ। ਔਰ ਉਹਦੀ ਜ਼ਮੀਨੀ ਹਕੀਕਤ ਇਹ ਹੈਗੀ ਕਿ ਹਰੇਕ ਕਿਸਾਨ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ, ਸਾਨੂੰ ਰਾਜਨੀਤਿਕ ਸਮਝ ਬੜੀ ਥੋੜ੍ਹੀ ਹੈਗੀ। ਆਈ ਵਾਰੀ ਜਦੋਂ ਪਛੜਦੇ ਹਾਂ ਅਸੀਂ ਪੰਜਾਬੀ, ਤਾਂ ਰਾਜਨੀਤਿਕ ਸੂਝ-ਬੂਝ ਕਾਰਨ ਅਸੀਂ ਪਛੜਦੇ ਹਾਂ। ਸਾਨੂੰ ਕੁਛ ਨਹੀਂ ਪਤਾ ਹੁੰਦਾ ਕਿ ਕੀ ਪੋਲੀਟੀਕਲ ਮੂਵ ਹੋ ਰਿਹਾ ਹੈਗਾ, ਕਿੱਧਰ ਨੂੰ ਗੱਲ ਜਾ ਰਹੀ ਹੈਗੀ। ਸਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ, ਉਹ ਟਿੰਬਰੀ ਟੈਟ ਹੋ ਜਾਂਦੀ ਹੈ। ਸੋ ਸੰਘਰਸ਼ ਬਹੁਤ ਵੱਡਾ ਪਿਆ ਹੈਗਾ ਹਲੇ। ਇਹਨੂੰ ਇੱਥੋਂ ਤੱਕ ਇਹਨਾਂ ਦੀ ਤਾਂ ਇਹ ਤਾਂ ਆਪ ਸੋਚ ਕੇ ਹੱਸਦੇ ਹੋਣੇ ਆਂਗੇ ਕਿ ਚਲੋ ਜੀ ਇੰਨੇ ਕਿਹਨਾਂ ਗੱਲ ਸਰ ਗਈ, ਪੰਪ ਰੋਕ ਲਏ, ਲੋਕਾਂ ਦੀ ਪੜਾਸ ਜੀ ਨਿਕਲ ਜਾਣੀ ਹੈ। ਕਈ ਵਾਰੀ ਪੋਲੀਟੀਕਲ ਪਾਰਟੀਆਂ ਦਾ ਵੀ ਇਹੀ ਇੰਨਾ ਕੀ ਮਕਸਦ ਹੁੰਦਾ ਗਾ ਕਿ ਲੋਕਾਂ ਨੂੰ ਕਹਿ ਦਿਓ ਦੇਖੋ ਜੀ ਬਹੁਤ ਟਾਈਮ ਬੰਦ ਕਰ ਲਿਆ, ਬਸ ਹੁਣ ਆਪਾਂ ਚੁੱਪ ਕਰ ਜਾਓ। ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਇੱਥੋਂ ਤੱਕ ਖੜਨਾ ਨਹੀਂ ਗਾ। ਇਹ ਸਾਡੇ ਲਈ ਚਲੋ ਪਲੇਟਫਾਰਮ ਬਣ ਗਏ ਕਿ ਜੇ ਉਹ ਇੱਦਾਂ ਦੀ ਸਾਡੇ ਨਾਲ ਧੱਕਾ ਕਰਨਗੇ, ਆ ਕੇ ਸਾਡੀ ਜ਼ਮੀਨ ਖੋਹਣ ਨੂੰ ਫਿਰਦੇ ਆ। ਜਿਹੜੀ ਸਾਡੇ ਤਾਂ ਤੁਸੀਂ ਹਿਸਾਬ ਲਾਓ ਬਾਈ ਜੀ, ਕਿੰਨੇ ਲੋਕ ਖੁਦਕੁਸ਼ੀ ਕਰ ਗਏ। ਸਾਡੀਆਂ ਕਿੰਨੀਆਂ ਨੌਜਵਾਨ ਧੀਆਂ ਬੇਟੀਆਂ ਪੰਜਾਬ ਦੀਆਂ ਜਿਹੜੀਆਂ ਰੰਡੇਪਾ ਕੱਟ ਰਹੀਆਂ ਨੇ ਇਹਨਾਂ ਲੋਕਾਂ ਦੀਆਂ ਗਲਤ ਪਾਲਿਸੀਆਂ ਕਰਕੇ, ਹੈ ਨਾ। ਪਰ ਇਹ ਸਾਡਾ ਪੰਜਾਬ ਅੰਬਾਨੀ ਵਰਗੀਆਂ ਦੀਆਂ ਧੀਆਂ ਨੂੰ ਦਾਜ ਦੇਣ ਨੂੰ ਫਿਰਦੇ ਨੇ। ਕਿੱਡੀ ਵੱਡੀ ਗੱਲ ਹੈ ਕਿ ਇੱਕ ਇਨਸਾਨ ਦੀ ਧੀ ਨੂੰ ਦਾਜ ਪੰਜਾਬ ਦੇਣ ਨੂੰ ਫਿਰਦੇ ਆ। ਸਾਡਾ ਇੱਥੇ ਲੋਕਾਂ ਦਾ ਕਿਸੇ ਨੇ ਮਤਲਬ ਕਿ ਤੁਸੀਂ ਦੇਖੋ ਕਿੰਨੇ ਸਾਲ ਤੋਂ ਤਰਾਹਿਮਾਮ ਕਰ ਰਿਹਾ ਕਿਸਾਨ, ਕਿਸੇ ਨੇ ਨਹੀਂ ਸੁਣੀ, ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਗੱਲ ਕਿੱਥੇ ਸਵਾਮੀਨਾਥਨ ਵੱਲ ਜਾਣੀ ਚਾਹੀਦੀ ਸੀ, ਗੱਲ ਬਿਹਤਰੀ ਵੱਲ ਜਾਣੀ ਚਾਹੀਦੀ ਸੀ ਕਿ ਗੱਲ ਹੁਣ ਟੋਏ ਵੱਲ ਨੂੰ ਜਾ ਰਹੀ ਹੈ। ਕਿੱਡੀ ਗਲਤ ਪਾਲਿਸੀ ਲੈ ਕੇ ਆਈ ਹੈ ਸਰਕਾਰ। ਸੋ ਮੇਰਾ ਮਤਲਬ ਦੋਸਤੋ ਇਹੀ ਹੈਗਾ ਕਿ ਤੁਸੀਂ ਇਸ ਸੰਘਰਸ਼ ਨੂੰ ਆਪਾਂ ਠੰਡਾ ਨਹੀਂ ਪੈਣ ਦੇਣਾ। ਇੱਕ ਕਿਸੇ ਆਗੂ ਦੀ ਇੰਨਾ ਵੀ ਨਾ ਆਪਾਂ ਉਹਨਾਂ 'ਤੇ ਡਿਪੈਂਡ ਹੋ ਜਾਈਏ। ਆਪਣੀ ਸੋਚ ਰੱਖੋ, ਹਰੇਕ ਬੰਦੇ ਦੀ ਲੜਾਈ ਹੈ, ਹਰੇਕ ਬੰਦੇ ਨੇ ਲੜਨੀ ਹੈਗੀ। ਆਪਣੀ ਸੋਚ ਰੱਖੋ, ਕਿਸੇ ਐਸਾ ਆਪਾਂ ਇੰਨਾ ਅਟੈਚ ਨਾ ਹੋ ਜਾਈਏ ਕਿਸੇ ਝੰਡੇ ਦੇ ਨਾਲ, ਕਿਸੇ ਨਾਮ ਦੇ ਨਾਲ, ਕਿ ਕੱਲ੍ਹ ਨੂੰ ਸਾਨੂੰ ਉਸ ਚੀਜ਼ ਦਾ ਖਮਿਆਜਾ ਭੁਗਤਣਾ ਪਵੇ। ਦੋਸਤੋ ਇਹ ਸਨ ਸੁਖਜੀਤ ਸਿੰਘ ਬਰਾੜ। ਬੜੀਆਂ ਕਮਾਲ ਦੀਆਂ ਤੇ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ, ਕਿਉਂਕਿ ਜਿਹੜੀਆਂ ਚੀਜ਼ਾਂ ਨੇ ਟੈਕਨੀਕਲੀ ਉਹ ਮਤਲਬ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਫੋਲੋ ਕਰਾਂਗੇ ਤਾਂ ਜਿਹੜੇ ਮਾਡਲ ਨਰਿੰਦਰ ਮੋਦੀ ਹੋਰੀ ਲੈ ਕੇ ਆਏ ਨੇ ਇੱਧਰ, ਤਾਂ ਉਹ ਮਾਡਲ ਹੀ ਲੈ ਕੇ ਆਏ ਨੇ ਇਕੱਲੇ। ਪਰ ਜਿਹੜਾ ਅਸਲੀ ਕਨਸੈਪਟ ਉੱਧਰੋਂ ਲੈ ਕੇ ਆਉਣਾ ਸੀ, ਜਿਹੜੀ ਵੈਸਟਰਨਾਈਜੇਸ਼ਨ ਦੇ ਵਿੱਚ ਚੰਗੀਆਂ ਗੱਲਾਂ, ਉਹ ਤਾਂ ਇੱਧਰ ਲੈ ਕੇ ਨਹੀਂ ਆਏ। ਸੋ ਸਾਨੂੰ ਬਹੁਤ ਕਿਸੇ ਤਰੀਕੇ ਦੇ ਨਾਲ ਇਹ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਇੱਕ ਮੈਂ ਹੋਰ ਵੀ ਗੱਲ ਦੱਸਾਂ ਜਿੰਨੀ ਕਿ ਮੇਰੀ ਸਮਝ ਹੈ, ਅਤੇ ਇਹ ਲੋਕ 2 ਸਾਲਾਂ ਤੱਕ 2 ਸਾਲ ਸ਼ਾਇਦ ਜਿਹੜੇ ਪਹਿਲੇ 2 ਸਾਲ ਹੋਣ ਬਾਈ, ਉਹ 2 ਸਾਲਾਂ ਦੇ ਵਿੱਚ ਜਾਂ 1 ਸਾਲ ਤੱਕ ਇਹ ਪਹਿਲੇ 1 ਸਾਲ ਦੇ ਵਿੱਚ ਚੰਗੀ ਖਰੀਦ ਕਰ ਲੈਣ ਫਸਲ ਦੀ। ਹੋ ਸਕਦਾ ਇਹ ਗੱਲ ਤੋਂ ਸਾਨੂੰ ਲੱਗੇ ਵੀ ਚਲੋ ਫਸਲਾਂ ਲੋਕਾਂ ਨੂੰ ਲੱਗੇ ਵੀ ਚੱਲ ਸਾਨੂੰ ਪੈਸੇ ਮਿਲਣ ਲੱਗ ਗਏ, ਸਾਨੂੰ ਕੀ ਹੈ। ਉਹ ਸੰਘਰਸ਼ ਠੰਡਾ ਪੈ ਜਾਏ, ਤੇ ਹੋ ਸਕਦਾ 2-3 ਸਾਲਾਂ ਬਾਅਦ ਕੰਪਨੀਆਂ ਆਪਣੇ ਅਸਲੀ ਅਰਥਾਂ ਦੇ ਆਉਣ, ਅਸਲੀ ਰੰਗ ਦਿਖਾਉਣ। ਅਤੇ ਜਿਹੜਾ ਸਾਡਾ ਸੰਘਰਸ਼ ਹੈ ਇਹ ਵਾਰ-ਵਾਰ, ਜਿਵੇਂ ਸਿਆਣੇ ਲੋਕ ਕਹਿੰਦੇ ਹੁੰਦੇ ਆ ਵੀ ਸੰਘਰਸ਼ ਵਾਰ-ਵਾਰ ਨਹੀਂ ਵਿੱਢੇ ਜਾਂਦੇ ਹੁੰਦੇ। ਇਹ ਦੁਬਾਰਾ ਇਕੱਠ ਨਹੀਂ ਹੁੰਦੇ, ਅਤੇ ਦੁਬਾਰਾ ਜਜ਼ਬੇ ਨਹੀਂ ਪੈਦਾ ਹੁੰਦੇ, ਦੁਬਾਰਾ ਜ਼ਮੀਰਾਂ ਜਾਗਦੀਆਂ ਨਹੀਂ। ਅਤੇ ਹੁਣ ਜਾਗੀਆਂ ਨੇ, ਇਕੱਠ ਹੋਏ ਨੇ, ਇਹਨਾਂ ਦੇ ਵਿੱਚ ਹੀ ਇਹਨਾਂ ਦੇ ਪਿੱਛੇ ਨਾ ਲੱਗ ਜਾਓ। ਅਤੇ ਵੱਡੇ ਲੈਵਲ ਦੀ ਜਿੱਤ ਪ੍ਰਾਪਤ ਕਰਨੀ ਹੈ ਤਾਂ ਹਰ ਇੱਕ ਬੰਦੇ ਨੂੰ ਘਰੋਂ ਉੱਠਣਾ ਪਊਗਾ। ਜਿਹੜੇ ਲੋਕ ਕਹਿ ਦਿੰਦੇ ਨੇ ਜਦੋਂ ਕੋਈ ਸੱਦਣ ਆਉਂਦਾ ਵੀ ਆਪਾਂ ਧਰਨੇ 'ਤੇ ਜਾਣਾ, ਜਿਹੜੇ ਲੋਕ ਕਹਿ ਦਿੰਦੇ ਨੇ ਜੀ ਅੱਜ ਤਾਂ ਮੇਰੇ ਰਿਸ਼ਤੇਦਾਰਾਂ ਦੇ ਘਰ 'ਚ ਵਿਆਹ, ਮੈਂ ਰਿਸ਼ਤੇਦਾਰਾਂ ਦੇ ਜਾਣਾ, ਸਾਡੀ ਮੱਝ ਦੀ ਧਾਰ ਕੱਢਣ ਵਾਲੀ ਹੈ, ਜਾਂ ਕੁਛ ਵੀ ਹੈ, ਜੋ ਕੁਛ ਵੀ ਤੁਹਾਡੇ ਕੋਲੇ ਖੁਸ਼ੀਆਂ, ਮੇਰੀ ਪਾਣੀ ਦੀ ਵਾਰੀ ਹੈ, ਮੇਰਾ ਫਲਾਨਾ ਹੈ, ਇਹ ਪਾਣੀ ਦੀਆਂ ਵਾਰੀਆਂ ਤਾਂ ਹੀ ਲੱਗਣਗੀਆਂ ਜੇ ਤੁਹਾਡੇ ਕੋਲੇ ਖੇਤ ਬਚਣਗੇ। ਨਹੀਂ ਤਾਂ ਤੁਸੀਂ ਨੌਕਰੀਆਂ ਕਰਨ ਦੇ ਲਈ ਤਿਆਰ ਹੋ ਜਾਓ, ਉਹਨਾਂ ਦੇ ਥੱਲੇ
ਤਲਵੇ ਚੱਟਣ ਦੇ ਲਈ ਤਿਆਰ ਹੋ ਜਾਓ। ਇਹ ਚੀਜ਼ਾਂ ਪੰਜਾਬੀਆਂ ਤੋਂ ਹੋਣੀਆਂ ਨਹੀਂ। ਫਿਰ ਜਿਹੜੀਆਂ ਖੁਦਕੁਸ਼ੀਆਂ ਇਸ ਤੋਂ ਪਹਿਲਾਂ ਹੋਈਆਂ ਨੇ ਉਹ ਖੁਦਕੁਸ਼ੀਆਂ ਮਜਬੂਰੀਆਂ 'ਚ ਹੋਈਆਂ ਤੇ ਹੁਣ ਅਣਖ ਨੂੰ ਮਰਦੀ ਵੇਖ ਕੇ ਪੰਜਾਬੀ ਖੁਦਕੁਸ਼ੀਆਂ ਕਰਨਗੇ। ਸੋ ਇਹੋ ਜਿਹਾ ਹਾਲ ਪੰਜਾਬ ਦਾ ਨਾ ਆਵੇ, ਇਹੋ ਜਿਹੇ ਨੌਜਵਾਨ ਹੋਰ ਪੈਦਾ ਹੋਣ, ਸਾਡੀ ਇਹ ਉਮੀਦ ਹੈ, ਸਾਡੀ ਇਹ ਆਸ ਵੀ ਹੈ। ਜਿਹੜਾ ਆਸਟ੍ਰੇਲੀਆ ਤੋਂ ਆ ਕੇ ਇਸ ਨੌਜਵਾਨ ਨੇ ਪੰਜਾਬ ਦੀ ਲੜਾਈ ਲੜ ਰਿਹਾ ਸੁਖਜੀਤ ਸਿੰਘ ਬਰਾੜ, ਇਹਨਾਂ ਨੂੰ ਤੁਸੀਂ ਆਮ ਤੌਰ ਤੇ ਧਰਨਿਆਂ ਤੇ ਦੇਖ ਸਕਦੇ ਹੋ ਤੇ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਨਵੇਂ ਪਲਾਨ ਕੀਤੇ ਨੇ ਜਿਹੜੇ ਸਰਕਾਰ ਨੂੰ ਢਾਹ ਲਾਉਣੇ ਨੇ। ਤਾਂ ਅਪੀਲ ਹੈ ਸਾਡੀ ਜ਼ਿੰਦਾਬਾਦ ਚੈਨਲ ਵੱਲੋਂ ਸੁਖਜੀਤ ਸਿੰਘ ਬਰਾੜ ਹੋਰਾਂ ਦੇ ਇਹੋ ਜਿਹੇ ਸੱਚੇ ਬੰਦੇ ਦੀ ਸਾਰੇ ਨੌਜਵਾਨ ਰਲ ਮਿਲ ਕੇ ਸਪੋਰਟ ਕਰਿਓ ਤਾਂ ਜੋ ਇਸ ਸੰਘਰਸ਼ ਦੇ ਵਿੱਚ ਹੋਰ ਵਾਧਾ ਹੋ ਸਕੇ। ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਕਿਸੇ ਹੋਰ ਚੰਗੇ ਨੌਜਵਾਨ ਦੇ ਨਾਲ ਜਾਂ ਕਿਸੇ ਹੋਰ ਸੰਘਰਸ਼ਕਰਤਾ ਦੇ ਨਾਲ ਦੁਬਾਰਾ ਮਿਲਾਂਗੇ, ਕਿਉਂਕਿ ਅਸੀਂ ਉਹਨਾਂ ਟਾਈਮ ਤੱਕ ਉਹੀ ਰਿਪੋਰਟ ਕਰਦੇ ਰਹਾਂਗੇ ਕਿਸਾਨਾਂ ਦੀ ਜਿੰਨਾ ਟਾਈਮ ਤੱਕ ਕਿ ਕਿਸਾਨਾਂ ਦੀ ਜਿੱਤ ਨਹੀਂ ਹੋ ਜਾਂਦੀ। ਤਾਂ ਹੁਣ ਸਾਨੂੰ ਦਿਓ ਇਜਾਜ਼ਤ, ਜਲਦੀ ਮਿਲਦੇ ਹਾਂ ਦੁਬਾਰਾ। ਦੇਖਦੇ ਰਹੋ ਜ਼ਿੰਦਾਬਾਦ ਚੈਨਲ ਅਤੇ ਮੈਨੂੰ ਗੁਰਪਾਲ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ।